ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਸੰਸਾਰ ਦਾ ਇੱਕ ਅਦ੍ਰਿਸ਼ ਦੁਸ਼ਮਣ ਲਗਾਤਾਰ ਸੰਸਾਰ ਦਾ ਨਾਸ਼ ਕਰ ਰਿਹਾ ਹੈ। ਦੁਨੀਆ ਦੇ ਵਿੱਚ ਕਰੋਨਾ ਨੇ 21,93,580 ਲੋਕਾਂ ਨੂੰ ਅੱਜ 3:30 ਵਜੇ ਤੱਕ ਜਿਹੜਾ ਹੈ ਮੰਜਿਆਂ ਤੇ ਪਾ ਦਿੱਤਾ ਸੀ। ਕਰੋਨਾ ਇਨਫੈਕਟਡ ਨੇ 21,93,580 ਤੇ 1,40,379 ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਸਾਰੀ ਦੁਨੀਆ ਦੇ ਵਿੱਚ। 5,55,581 ਲੋਕ ਠੀਕ ਹੋ ਕੇ ਵੀ ਘਰਾਂ ਨੂੰ ਚਲੇ ਗਏ ਨੇ, ਜਿਨ੍ਹਾਂ ਦੇ ਵਿੱਚ 103 ਸਾਲ ਦੀ ਦਾਦੀ ਵੀ ਹੈ, ਜਿਨ੍ਹਾਂ 'ਚ 97 ਸਾਲ 93 ਸਾਲ ਦੇ ਬਜ਼ੁਰਗ ਵੀ ਨੇ। ਤੋਂ ਇਹਦਾ ਮਤਲਬ ਕਿ ਠੀਕ ਹੋ ਸਕਦੇ ਨੇ। 79% ਲੋਕ ਠੀਕ ਹੋ ਕੇ ਘਰਾਂ 'ਚ ਗਏ ਨੇ, ਲੇਕਿਨ 56,958 ਐਸੇ ਨੇ ਹਾਲੇ ਵੀ ਜ਼ਿੰਦਗੀ ਮੌਤ ਦੇ ਨਾਲ ਲੜ ਰਹੇ ਨੇ, ਕ੍ਰਿਟੀਕਲ ਨੇ। ਤੇ ਸਭ ਤੋਂ ਜ਼ਿਆਦਾ ਨੁਕਸਾਨ ਤਾਂ ਅਮਰੀਕਾ ਦਾ ਹੋਇਆ। 34,000 ਤੋਂ ਵੱਧ ਲੋਕ ਉੱਥੇ ਮਾਰੇ ਜਾ ਚੁੱਕੇ ਨੇ। ਇਟਲੀ ਵਿੱਚ ਵੀ 22,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ। ਤੇ ਜਿੱਥੇ ਪੰਜਾਬੀਆਂ ਦੀ ਵਸੋਂ ਬਹੁਤ ਜ਼ਿਆਦਾ ਹੈ, ਕੈਨੇਡਾ ਦੇ ਵਿੱਚ ਵੀ ਗਿਣਤੀ ਵੱਧ ਰਹੀ ਹੈ। 1,315 ਉੱਥੇ ਮੌਤਾਂ ਹੋ ਚੁੱਕੀਆਂ ਨੇ। ਆਪਾਂ ਜੇ ਆਪਣੇ ਦੇਸ਼ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਜਿਹੜਾ 13,663 ਇਹ ਪੀੜਤ ਨੇ, ਲੇਟੈਸਟ ਜਿਹੜਾ ਡਾਟਾ ਹੈ, ਔਰ 486 ਮੌਤਾਂ ਹੋ ਚੁੱਕੀਆਂ ਨੇ। 1,793 ਲੋਕ ਜਿਹੜੇ ਰਿਕਵਰ ਹੋਏ ਨੇ, ਠੀਕ ਹੋਏ ਨੇ। ਤੇ ਪੰਜਾਬ ਦੀ ਜੇ ਗੱਲ ਕਰਦੇ ਹਾਂ, ਪੰਜਾਬ 'ਚ ਲਗਾਤਾਰ ਗਿਣਤੀ ਵੱਧ ਰਹੀ ਹੈ। 202 ਕੇਸ ਜਿਹੜੇ ਪੰਜਾਬ 'ਚ ਆ ਚੁੱਕੇ ਨੇ ਪੋਜ਼ਿਟਿਵ, ਤੇ 15 ਬੰਦੇ ਜਾ ਚੁੱਕੇ ਨੇ ਦੁਨੀਆ ਤੋਂ। 29 ਰਿਕਵਰੀ ਹੋਏ ਨੇ, 29 ਠੀਕ ਹੋਏ ਨੇ। ਇਹ ਹੈ ਪੰਜਾਬ ਦਾ ਡਾਟਾ। ਲੇਕਿਨ ਇਹ ਕਰੋਨਾ ਸਿਰਫ ਮੌਤਾਂ ਨਹੀਂ, ਕਰੋਨਾ ਨਾਲ ਲੋਕ ਮੰਜਿਆਂ ਤੇ ਨਹੀਂ ਪੈ ਰਹੇ। ਕਰੋਨਾ ਨੇ ਸਾਡਾ ਹਰ ਪੱਖ ਜ਼ਿੰਦਗੀ ਦਾ ਉਹਨੂੰ ਪ੍ਰਭਾਵਿਤ ਕੀਤਾ, ਤੇ ਖਾਸ ਤੌਰ ਤੇ ਜਿਹੜੀ ਸਾਡੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ। ਔਰ ਇਹ ਪ੍ਰਭਾਵ 1 ਸਾਲ ਨਹੀਂ, 2 ਸਾਲ ਨਹੀਂ, ਤੇ ਲਗਾਤਾਰ ਚੱਲਣ ਵਾਲਾ ਪ੍ਰਭਾਵ ਹੈ। ਲੋਕ ਬੇਰੁਜ਼ਗਾਰ ਹੋ ਰਹੇ ਨੇ, ਗਰੀਬੀ ਦੀ ਜਿਹੜੇ ਥੱਲੇ ਜਾ ਰਹੇ ਨੇ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਕੋਲ ਜਿਹੜਾ ਹੈ ਖਾਣ ਪੀਣ ਦੇ ਸਮਾਨ ਤੋਂ ਇਲਾਵਾ ਪੈਸੇ ਦੀ ਕਮੀ ਆ ਰਹੀ ਹੈ। ਸਰਕਾਰਾਂ ਕੋਲ ਪੈਸੇ ਦੀ ਕਮੀ ਆ ਰਹੀ ਹੈ। ਪੰਜਾਬ ਸਰਕਾਰ ਭਾਵੇਂ ਜੋ ਮਰਜ਼ੀ ਕਹੇ, ਮਨਪ੍ਰੀਤ ਸਿੰਘ ਬਾਦਲ, ਪਰ ਸਰਕਾਰ ਕੋਲ ਜਿਹੜਾ ਹੈ ਪੈਸੇ ਦੀ ਕਮੀ ਸਪਸ਼ਟ ਨਜ਼ਰ ਆ ਰਹੀ ਹੈ। ਜਦੋਂ ਕੱਲ ਕੈਬਨਿਟ ਦੀ ਮੀਟਿੰਗ ਹੋਈ ਤੇ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਕਿ 3 ਮਹੀਨੇ ਦਾ ਵੇਤਨ ਜੋ ਹੈ ਉਹਨਾਂ ਦਾ, ਜਿਹੜੇ ਜਿੰਨੇ ਵੀ ਮੰਤਰੀ ਨੇ, ਉਹ ਮੁੱਖ ਮੰਤਰੀ ਜਿਹੜਾ ਫੰਡ, ਰਾਹਤ ਫੰਡ ਹੈ, ਉਹਦੇ 'ਚ ਜਾਏਗਾ। ਤੇ ਨਾਲ ਇੱਕ ਮਸਲਾ ਹੋਰ ਉੱਠਿਆ। ਉਹ ਮਸਲਾ ਸੀ ਕਿ ਜਿਹੜੇ ਪੰਜਾਬ ਦੇ ਮੁਲਾਜ਼ਮ ਨੇ, ਉਹਨਾਂ ਦੀਆਂ ਤਨਖਾਹਾਂ 'ਚ ਕੱਟ ਲਾ ਦਈਏ। ਇੱਕ ਪਾਸੇ ਤਾਂ ਮੰਗ ਇਹ ਹੋ ਰਹੀ ਹੈ, ਜਿਹੜੇ ਫਰੰਟ ਲਾਈਨ ਤੇ ਲੜ ਰਹੇ ਨੇ, ਭਾਵੇਂ ਡਾਕਟਰ ਨੇ, ਚਾਹੇ ਪੁਲਿਸ ਵਾਲੇ ਨੇ, ਚਾਹੇ ਸਫਾਈ ਕਰਮਚਾਰੀ ਨੇ, ਉਹਨਾਂ ਨੂੰ ਬੋਨਸ ਦੇਈਏ, ਉਹਨਾਂ ਨੂੰ ਕੋਈ ਇਨਸੈਂਟਿਵ ਦੇਈਏ। ਦੂਜੇ ਪਾਸੇ ਇਹ ਹੋ ਰਿਹਾ ਕਿ ਉਹਨਾਂ ਦੀ ਤਨਖਾਹ 'ਚ ਕੱਟ ਲੱਗੇ। ਕੀ ਕੱਟ ਲੱਗਣਾ ਚਾਹੀਦਾ, ਜਾਂ ਪੈਸਾ ਕਿੱਥੋਂ ਆਵੇ, ਕਿਸ ਕਿਸਮ ਦੀ ਆਰਥਿਕ ਸੰਕਟ ਦੇ ਵਿੱਚ ਅਸੀਂ ਘਿਰ ਰਹੇ ਹਾਂ? ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਅਸੀਂ ਲਗਾਤਾਰ ਆਪਸ 'ਚ ਵੀ ਕਰਦੇ ਹਾਂ। ਲੋਕ ਇੱਕ ਦੂਜੇ ਨੂੰ ਪੁੱਛਦੇ ਨਜ਼ਰ ਆਉਂਦੇ ਨੇ। ਇਸੇ ਮੁੱਦੇ ਨੂੰ ਲੈ ਕੇ ਅੱਜ ਅਸੀਂ ਚਰਚਾ ਕਰਨੀ ਹੈ। ਤੇ ਸਾਡੇ ਚਰਚਾ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਸਾਹਿਬ, ਤੇ ਨਾਲ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਹੋਰੀ ਸ਼ਾਮਲ ਨੇ, ਤੇ ਪ੍ਰਿੰਸੀਪਲ ਬੁੱਧ ਰਾਮ ਜਿਹੜੇ ਕੋਰ ਕਮੇਟੀ ਦੇ ਚੇਅਰਮੈਨ ਨੇ, ਉਹ ਆਮ ਆਦਮੀ ਪਾਰਟੀ ਵੱਲੋਂ ਵੀ ਸਾਡੇ ਨਾਲ ਨੇ। ਨਾਜਰ ਸਿੰਘ MLA ਮਾਨਸਾ ਤੋਂ ਜਿਹੜੇ MLA ਨੇ, ਸਰਦਾਰ ਨਾਨਸਾਹੀਆ ਸਾਹਿਬ, ਇਹ ਸਰਕਾਰ ਵੱਲੋਂ ਸਾਡੇ ਨਾਲ ਗੱਲਬਾਤ 'ਚ ਸ਼ਾਮਲ ਹੋ ਰਹੇ ਨੇ। ਤੇ ਨਾਲ ਸਾਡੇ ਸ਼ਾਮਲ ਹੋ ਰਹੇ ਨੇ ਪ੍ਰੋਫੈਸਰ ਅਵਿਨਾਸ਼ ਸਿੰਘ ਦਿੱਲੀ ਤੋਂ। ਪ੍ਰੋਫੈਸਰ ਸੀਨੀਅਰ ਪੱਤਰਕਾਰ ਨੇ, ਫਿਰ ਉਸ ਤੋਂ ਬਾਅਦ ਉਹ ਪ੍ਰੋਫੈਸਰ ਜੇ ਲੱਗਿਆ ਤਾਂ ਤੁਹਾਡੇ ਸਾਹਮਣੇ ਹੈ ਕਿ ਬਹੁਤ ਸੀਨੀਅਰ ਹੁਣ ਉਹ ਅਕਾਦਮੀਸ਼ੀਅਨ ਦੇ ਤੌਰ ਤੇ ਉਹਨਾਂ ਦਾ ਵੱਡਾ ਨਾਮ ਹੈ ਦੇਸ਼ ਦੇ ਵਿੱਚ। ਉਹ ਸਾਡੇ ਨਾਲ ਸ਼ਾਮਲ ਨੇ। ਮੈਂ ਤੁਹਾਨੂੰ ਇਹ ਸਾਰਿਆਂ ਨੂੰ ਦੱਸਦਾ ਕਿ ਬਰਾੜ ਸਾਹਿਬ, ਢੀਂਡਸਾ ਸਾਹਿਬ, ਪ੍ਰੋਫੈਸਰ ਅਵਿਨਾਸ਼ ਸਿੰਘ ਜੀ, ਮਾਨਸਾਹੀਆ ਜੀ, ਬੁੱਧ ਰਾਮ ਜੀ, ਸਾਰੇ ਲੋਕ ਆਪਣੇ ਆਪਣੇ ਘਰਾਂ ਤੋਂ ਸਾਡੇ ਨਾਲ ਸ਼ਾਮਲ ਨੇ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਤੁਹਾਨੂੰ ਸਭ ਨੂੰ ਕਿ ਸੋਸ਼ਲ ਡਿਸਟੈਂਸ ਦਾ ਵੀ ਕੋਈ ਮਤਲਬ ਹੁੰਦਾ। ਅਸੀਂ ਇਹ ਪ੍ਰੋਗਰਾਮ ਆਪਦੇ ਘਰਾਂ ਤੋਂ ਕਰ ਰਹੇ ਹਾਂ।
ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਪ੍ਰੋਗਰਾਮ ਚਰਚਾ ਦੇ ਵਿੱਚ। ਨਾਜਰ ਸਿੰਘ ਮਾਨਸਾਹੀਆ ਸਾਹਿਬ, ਤੁਹਾਡੇ ਤੁਸੀਂ ਤਾਂ ਬਹੁਤ ਪਹਿਲਾਂ ਜੋ ਤੁਹਾਡੀ ਕੈਬਨਿਟ ਨੇ ਗੱਲ ਕੀਤੀ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਕੱਟ ਦਿੱਤੀਆਂ ਜਾਣ, ਤੁਸੀਂ ਤਾਂ ਉਸ ਵੇਲੇ ਇਸ ਮੁੱਦੇ ਤੇ ਬੋਲੇ ਜਦੋਂ ਤੇਲੰਗਾਨਾ ਦੇ ਮੁੱਖ ਮੰਤਰੀ ਨੇ 60% ਤਨਖਾਹ ਕੱਟਤੀ ਆਪਣੇ ਮੰਤਰੀਆਂ ਦੀ, ਤੇ ਫਿਰ ਉਸ ਤੋਂ ਬਾਅਦ 40% ਬਿਊਰੋਕਰੇਟਸ ਦੀ, ਹੌਲੀ ਹੌਲੀ ਉਹਨਾਂ ਨੇ ਸਫਾਈ ਕਰਮਚਾਰੀਆਂ ਦੀ 10% ਤਨਖਾਹ ਤੱਕ ਆ ਗਏ। ਤੇ ਤੁਸੀਂ ਕੀ ਸਮਝਦੇ ਹੋ, ਪੰਜਾਬ 'ਚ ਵੀ ਉਹੀ ਤੇਲੰਗਾਨਾ ਦਾ ਮਾਡਲ ਆਉਣਾ ਚਾਹੀਦਾ? ਕੀ ਹੈ ਤੁਹਾਡਾ ਖਿਆਲ? हाँ वालिया साहब सत श्री अकाल। ਸਤਿ ਸ਼੍ਰੀ ਅਕਾਲ ਜੀ। ਹਾਂ ਦੇਖੋ ਵਾਲੀਆ ਸਾਹਿਬ, ਇਸ ਤਰ੍ਹਾਂ ਹੈਗਾ ਵੀ ਜਦੋਂ ਇਸ ਤਰ੍ਹਾਂ ਸੰਕਟ ਆਉਂਦਾ ਹੈ ਤਾਂ ਕੁਦਰਤੀ ਤੌਰ ਤੇ ਹੈ ਉਦੋਂ ਸਾਨੂੰ ਜਿਹੜੀਆਂ ਆਪਣੀਆਂ ਡਿਮਾਂਡਸ ਹੁੰਦੀਆਂ ਜਾਂ ਆਪਣੇ ਹੱਕ ਹੁੰਦੇ ਨੇ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਤਾਂ ਉਹਨਾਂ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਵੀ ਜਿਨ੍ਹਾਂ ਨੇ ਰੋਜ਼ ਖੂਹ ਪੱਟਣਾ ਹੁੰਦਾ ਤੇ ਸ਼ਾਮ ਨੂੰ ਪਾਣੀ ਪੀਣਾ ਹੁੰਦਾ ਹੈ। ਮੇਰਾ ਕਹਿਣ ਤੋਂ ਭਾਵ ਜਿਹੜੇ ਸਾਡੇ ਦਿਹਾੜੀਦਾਰ ਕਾਮੇ ਨੇ ਉਹਨਾਂ ਨੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਿਉਣ ਲਈ ਉਹਨਾਂ ਨੂੰ ਦਿਹਾੜੀ ਕਰਨੀ ਪੈਂਦੀ ਹੈ ਤੇ ਉਸੇ ਦਿਹਾੜੀ ਦੇ ਪੈਸਿਆਂ ਨਾਲ ਉਹ ਆਟਾ ਕੋਟਾ ਲੈ ਕੇ ਆਉਂਦੇ ਨੇ। ਇੱਕ ਅੱਧਾ ਦਿਨ ਦਿਹਾੜੀ ਨਾ ਮਿਲੇ ਤਾਂ ਵੀ ਉਹ ਔਖੇ ਹੋ ਜਾਂਦੇ ਨੇ। ਤੇ ਆਪਾਂ ਇਸ ਵੇਲੇ ਇਹ ਨਹੀਂ ਦੇਖਣਾ ਮੇਰਾ ਕੀ ਹੱਕ ਬਣਦਾ ਹੈ, ਅਸੀਂ ਕੰਪੈਰੀਟਿਵਲੀ ਦੇਖਣਾ ਸਮਾਜ ਦੇ ਵਿੱਚ ਵੀ ਜਿਹੜੇ ਲੋਕ ਸਾਡੇ ਸ਼ਹਿਰ ਦੇ ਵਿੱਚ ਰਹਿੰਦੇ ਨੇ, ਸਾਡੇ ਪਿੰਡਾਂ ਦੇ ਵਿੱਚ ਰਹਿੰਦੇ ਨੇ, ਸਾਡੇ ਆਲੇ ਦੁਆਲੇ ਰਹਿੰਦੇ ਨੇ, ਕੀ ਉਹਨਾਂ ਨੂੰ 2 ਵਕਤ ਦੀ ਰੋਟੀ ਕੋਈ ਜੇ ਸਬਜ਼ੀ ਨਾਲ ਨਹੀਂ ਕੀ ਚਟਨੀ ਅਚਾਰ ਨਾਲ ਮਿਲ ਰਹੀ ਹੈ? ਜੇ ਉਹ ਤੋਂ ਵੀ ਉਹ ਆਕੀ ਨੇ, ਉਹਨਾਂ ਉਸ ਦੇ ਵੀ ਲਾਲੇ ਪਏ ਹੋਏ ਨੇ, ਤਾਂ ਮੇਰੇ ਖਿਆਲ 'ਚ ਇਹ ਗੱਲਾਂ ਜੇ ਆਪਾਂ ਹੁਣ ਇਸ ਸਟੇਜ ਤੇ ਕਰੀ ਜਾਈਏ ਵੀ ਜੀ ਸਾਡੇ ਪੇ ਸਕੇਲ ਜਾਂ ਸਾਡੇ ਡੀਏ ਦੀਆਂ ਕਿਸ਼ਤਾਂ ਜਾਂ ਸਾਡੀ ਤਨਖਾਹ ਘੱਟ ਹੈ, ਉਹ ਮੇਰੇ ਖਿਆਲ 'ਚ ਬੇਈਮਾਨੀ ਹੋ ਜਾਂਦੀ ਹੈ। ਖਾਸ ਕਰਕੇ ਜਦੋਂ ਤੇਲੰਗਾਨਾ ਸਰਕਾਰ ਨੇ, ਹਾਲਾਂਕਿ ਉਹਨਾਂ ਦੀ ਮਾਲੀ ਪੋਜੀਸ਼ਨ ਪੰਜਾਬ ਦੇ ਨਾਲੋਂ ਕਾਫੀ ਵਧੀਆ ਹੈ, ਪਰ ਫਿਰ ਵੀ ਉਹਨਾਂ ਨੇ ਇਹ ਆਪਦੀ ਮਜਬੂਰੀ ਸ਼ੋਅ ਕੀਤੀ ਵੀ ਸਾਨੂੰ ਕਰੋਨਾ ਵਰਗੀ ਮਹਾਮਾਰੀ ਨਾਲ ਨਿਪਟਣ ਲਈ ਮੁਲਾਜ਼ਮਾਂ ਦੀ ਤਨਖਾਹ ਤੇ ਵੀ ਕੱਟ ਲਾਉਣਾ ਪੈਣਾ ਹੈ। ਤੇ ਉਹਨਾਂ ਨੇ ਰਾਦਰ ਇਹ ਚੀਜ਼ ਜਦੋਂ ਆਈ ਹੈ ਤਾਂ ਮੇਰੇ ਵੀ ਦਿਮਾਗ 'ਚ ਆਇਆ ਵੀ ਆਪਾਂ ਘੱਟੋ ਘੱਟ ਇਹ ਸਲਾਹ ਦਈਏ ਤਾਂ ਕਿ ਸਰਕਾਰ ਵੀ ਤੇ ਮੁਲਾਜ਼ਮ ਵੀ ਥੋੜਾ ਜਿਹਾ ਮੈਂਟਲੀ ਪ੍ਰਿਪੇਅਰ ਤਾਂ ਹੋ ਹੀ ਜਾਈਏ ਆਪਾਂ ਵੀ ਆਪਾਂ ਨੂੰ ਵੀ ਇਹ ਸੰਕਟ ਦਾ ਸਾਹਮਣਾ ਕਰਨ ਵਾਸਤੇ ਕੁਛ ਨਾ ਕੁਛ ਤਿਆਗ ਕਰਨ ਵਾਸਤੇ, ਕੁਛ ਨਾ ਕੁਛ ਲੂਜ਼ ਕਰਨ ਵਾਸਤੇ ਆਪਾਂ ਨੂੰ ਮੈਂਟਲੀ ਪ੍ਰਿਪੇਅਰ ਹੋ ਜਾਣਾ ਚਾਹੀਦਾ ਹੈ। ਉਸ ਪੱਖੋਂ ਆਪਾਂ ਸਮਝਦੇ ਵੀ ਹਾਂ ਵੀ ਘੱਟੋ ਘੱਟ ਜਿਹੜੇ ਮੁਲਾਜ਼ਮ ਨੇ, ਚਾਹੇ ਉਹ ਕਲਾਸ 4 ਨੇ ਚਾਹੇ ਕਲਾਸ 1 ਨੇ, ਸੀਨੀਅਰ ਅਫਸਰ, ਸਾਨੂੰ ਘਰੇ ਬੈਠਿਆਂ ਨੂੰ ਵੀ ਤਨਖਾਹ ਤਾਂ ਮਿਲੇਗੀ ਨਾ। ਜੇ ਪਹਿਲਾਂ ਕਰਫਿਊ ਲੱਗਿਆ ਹੋਇਆ ਤਾਂ ਉਹਦੇ ਦੌਰਾਨ ਵੀ ਸਾਨੂੰ ਆਪਣੀ ਖਾਣ ਪੀਣ ਲਈ ਜੋ ਤਨਖਾਹ ਮਿਲਦੀ ਹੈ, ਰਹਿਣ ਸਹਿਣ ਲਈ ਜੋ ਸਾਨੂੰ ਪੱਤੇ ਮਿਲਦੇ ਨੇ, ਉਹਨਾਂ ਤੇ ਕੋਈ ਕੱਟ ਤਾਂ ਨਹੀਂ ਲੱਗਿਆ ਹਜੇ ਤੱਕ। ਪਰ ਜੇ ਅਸੀਂ ਆਪਦੀ ਮਰਜ਼ੀ ਨਾਲ, ਜਿਵੇਂ ਕਿ 1 ਮਹੀਨਾ ਪਹਿਲਾਂ ਕਈ ਸਾਡੇ ਮਾਨਯੋਗ ਮੰਤਰੀਆਂ ਨੇ ਵੀ, MLA ਸਾਹਿਬਾਨ ਨੇ ਵੀ ਆਪਦੀ 1 ਮਹੀਨੇ ਦੀ ਤਨਖਾਹ ਵੀ CM ਸਾਹਿਬ ਦੇ ਰਿਲੀਫ ਫੰਡ ਦੇ ਵਿੱਚ ਦਿੱਤੀ ਹੈ। ਤੇ ਹੁਣ ਵੀ ਹਫ਼ਤਾ ਕੁ ਪਹਿਲਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਆਪਣੀ ਆਉਣ ਵਾਲੇ 3 ਮਹੀਨਿਆਂ ਲਈ 30% ਹੈ ਜਿਹੜੀ ਤਨਖਾਹ ਦੇਣ ਦਾ ਜਿਹੜੀ ਮਤਲਬ ਐਲਾਨ ਕੀਤਾ। ਉਹਨੂੰ ਦੇਖ ਕੇ ਨਾਲ ਦੀ ਨਾਲ ਹੀ ਹੋਰ ਕੁਝ MLA ਸਾਹਿਬਾਨ ਨੇ, ਮੰਤਰੀ ਸਾਹਿਬਾਨ ਨੇ ਵੀ ਇਹ ਜੀ ਮਾਨਸਾਹੀਆ ਸਾਹਿਬ, ਇਹ ਸਭ ਪਤਾ ਹੈ। ਪਿਛਲੇ ਵਾਰੀ ਮੇਰਾ ਸਵਾਲ ਇਹ ਹੈ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਮੁਲਾਜ਼ਮਾਂ ਦੀ ਤਨਖਾਹ ਕੱਟ ਲਈ ਜਾਣੀ ਚਾਹੀਦੀ ਹੈ? ਮੇਰੇ ਖਿਆਲ 'ਚ ਜਦੋਂ ਅਸੀਂ ਆਪਣੇ ਛੋਟੇ ਮੁਲਾਜ਼ਮਾਂ ਨੂੰ ਦੇਖਦੇ ਹਾਂ ਜਿਹੜੇ ਠੇਕੇ ਤੇ ਨੇ, ਆਊਟਸੋਰਸ ਕੀਤੇ ਹੋਏ ਨੇ, ਕੱਚੇ ਮੁਲਾਜ਼ਮ ਨੇ, ਜਾਂ ਉਦੋਂ ਥੱਲੇ ਵੀ ਚਲੇ ਜਾਈਏ ਦਿਹਾੜੀਦਾਰ ਨੇ, ਤਾਂ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਮੇਰੇ ਖਿਆਲ 'ਚ ਇਹ ਵਾਜਬ ਹੈ ਵੀ ਹੁਣ ਤਨਖਾਹ ਕੱਟ ਲੈਣੀ ਚਾਹੀਦੀ ਹੈ। ਉਹ ਡਿਪੈਂਡ ਕਰਦਾ ਹੈ ਵੀ ਸੀਨੀਅਰ ਬੰਦਿਆਂ ਦੀਆਂ 30% ਤੋਂ ਸ਼ੁਰੂ ਕਰਕੇ 10% ਤੱਕ ਆ ਜਾਓ ਥੱਲੇ ਤੱਕ। ਜੇ ਜੇ ਤੁਸੀਂ ਐਕਸਕਲੂਡ ਕਰਨਾ ਵੀ ਹੈ, ਛੱਡਣਾ ਹੈ, ਹਾਂਜੀ ਜੀ ਮੈਂ ਤੁਹਾਡੇ ਕੋਲ ਦੁਬਾਰਾ ਆਉਂਗਾ। ਢੀਂਡਸਾ ਸਾਹਿਬ, ਤੁਸੀਂ ਪੰਜਾਬ ਦੇ ਵਿੱਤ ਮੰਤਰੀ ਰਹੇ ਹੋ ਤੇ ਤੁਸੀਂ ਸਾਰਾ ਕੁਝ ਅੰਦਰੋਂ ਬਾਹਰੋਂ ਤੁਹਾਨੂੰ ਸਭ ਪਤਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਮੌਜੂਦਾ ਜਿਹੜਾ ਵਿੱਤੀ ਸੰਕਟ ਹੈ ਉਹਦੇ ਨਾਲ ਸਿੱਝਣ ਲਈ ਜੋ ਹੁਣ ਆਰਥਿਕਤਾ ਜਾਂ ਮੰਦੀ ਆ ਰਹੀ ਹੈ, ਮੁਲਾਜ਼ਮਾਂ ਦੀਆਂ ਤਨਖਾਹਾਂ ਦੀ ਕਟੌਤੀ ਜਾਇਜ਼ ਹੈ? ਇਹ ਅੱਜ ਸਾਰੇ ਪੰਜਾਬ ਦੇ ਵਿੱਚ ਇਸ ਦੀ ਚਰਚਾ ਚੱਲ ਰਹੀ ਹੈ ਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਇਹਦੇ ਬਾਰੇ ਕੀ ਸੋਚਦੇ ਨੇ? ਮੌਜੂਦਾ ਤੁਸੀਂ MLA ਵੀ ਹੋ, ਲੇਕਿਨ ਵਿੱਤ ਮੰਤਰੀ ਦੇ ਤੌਰ ਤੇ ਤੁਸੀਂ ਜ਼ਿਆਦਾ ਇਹਦਾ ਜਵਾਬ ਦੇ ਸਕਦੇ ਹੋ, ਤੁਹਾਨੂੰ ਸਭ ਪਤਾ ਇਹਨਾਂ ਦੇ ਅੰਦਰੋਂ ਬਾਹਰੋਂ ਕੀ ਚੱਲ ਰਿਹਾ ਹੈ। ਦੇਖੋ ਵਾਲੀਆ ਸਾਹਿਬ, ਇਹਦੇ 2 ਪਹਿਲੂ ਨੇ ਜੀ।
ਇੱਕ ਤਾਂ ਜੀ ਪਹਿਲੀ ਗੱਲ ਹੈ ਵੀ ਕੀ ਇਹ ਤਨਖਾਹ ਸਰਕਾਰ ਕੱਟ ਸਕਦੀ ਹੈ ਕਿ ਨਹੀਂ ਕੱਟ ਸਕਦੀ। ਹੂੰ ਤੇ ਮੈਨੂੰ ਇਹ ਨਹੀਂ ਪਤਾ ਵੀ ਤੇਲੰਗਾਨਾ ਨੇ ਕੀ ਕੀਤਾ ਹੈ, ਪਰ ਮੇਰੀ ਜਾਣਕਾਰੀ ਅਨੁਸਾਰ ਤਾਂ ਸਰਕਾਰ ਜਿਹੜੀ ਹੈ ਉਹ ਤਨਖਾਹ ਮੁਲਾਜ਼ਮਾਂ ਦੀ ਕੱਟ ਨਹੀਂ ਸਕਦੀ, ਉਹਨੂੰ ਡੈਫਰ ਕਰ ਸਕਦੇ ਨੇ। ਜੇ 30% ਜੀ 50% ਤਨਖਾਹ ਨੂੰ ਅੱਗੇ ਪਾ ਸਕਦੇ ਨੇ, ਪਰ ਉਹਨੂੰ ਕੱਟ ਨਹੀਂ ਸਕਦੇ। ਤੇ ਮੈਂ ਸਮਝਦਾ ਵੀ ਆਰਥਿਕ ਹਾਲਾਤ ਉਹ ਇਸ 'ਚ ਕੋਈ ਦੋ ਰਾਏ ਨਹੀਂ ਵੀ ਚਿੰਤਾਜਨਕ ਨੇ, ਇਕੱਲੇ ਪੰਜਾਬ ਸਰਕਾਰ ਦੇ ਨਹੀਂ, ਸਾਰੇ ਦੇਸ਼ ਦੇ ਵੀ। ਤੇ ਦੇਸ਼ ਦੀ ਸਰਕਾਰ ਦੀ ਵੀ ਆਮਦਨ ਘਟੀ ਹੈ, ਸੂਬਿਆਂ ਦੀ ਵੀ ਆਮਦਨਾਂ ਘਟਣਗੀਆਂ ਤੇ ਅੱਗੇ ਹੋਰ ਵੀ ਘਟ ਸਕਦੀਆਂ ਨੇ। ਪਰ ਇਹਨਾਂ ਹਾਲਾਤਾਂ ਦੇ ਵਿੱਚ ਤਾਂ ਹੀ ਮੈਨੂੰ ਲੱਗਦਾ ਜੋ ਕੈਬਨਿਟ ਨੇ ਕੱਲ ਫੈਸਲਾ ਕੀਤਾ, ਉਹਨਾਂ ਨੇ ਮੁਲਾਜ਼ਮਾਂ ਨੂੰ ਖੁਦ ਬ ਖੁਦ ਆਪਦੀ 30% ਜਿਹੜੀ ਤਨਖਾਹ ਹੈ ਉਹ 'ਚ ਆਪਦੀ ਮਰਜ਼ੀ ਅਨੁਸਾਰ ਛੱਡਣ ਦੀ ਗੱਲ ਕਹੀ ਹੈ, ਕਿਉਂਕਿ ਲੀਗਲੀ ਮੇਰੇ ਹਿਸਾਬ ਨਾਲ ਉਹ ਤਨਖਾਹ ਕੱਟ ਨਹੀਂ ਸਕਦੇ, ਉਹਨੂੰ ਵੱਧ ਤੋਂ ਵੱਧ ਡੈਫਰ ਕਰ ਸਕਦੇ ਨੇ। ਤੇ ਮੈਂ ਵੀ ਚਾਹਾਂਗਾ ਵੀ ਜਿਹੜੇ ਕੋਈ ਮੁਲਾਜ਼ਮ ਨੇ ਜਿਹੜੇ ਮੈਂ ਸਮਝਦਾ ਇਹਨਾਂ ਇਸ ਪਰਿਸਥਿਤੀ ਨੂੰ ਸਮਝਦੇ ਨੇ, ਜਿਹੜੇ ਸੂਬੇ ਦੇ ਹੋਰ ਲੋਕਾਂ ਦੀਆਂ ਲੋੜਾਂ ਨੂੰ ਵੀ ਸਮਝਦੇ ਨੇ, ਉਹ ਜੇ ਖੁਦ ਬ ਖੁਦ ਹੀ 30% ਕਟੌਤੀ ਆਪਦੀ ਉਹ ਲੈਣ ਜਾਂ ਜਿੰਨਾ ਵੀ ਉਹ ਲੈ ਸਕਦੇ ਨੇ ਜਾਂ ਡੈਫਰ ਕਰ ਸਕਦੇ ਨੇ, ਉਹ ਜੇ ਅੱਗੇ ਆਉਣ ਤਾਂ ਇਹਦੇ ਨਾਲ ਸੂਬੇ ਦੀ ਸਰਕਾਰ ਨੂੰ ਰਾਹਤ ਜ਼ਰੂਰ ਮਿਲੇਗੀ। ਤੇ ਜਿੱਥੋਂ ਤੱਕ ਆਰਥਿਕ ਹਾਲਾਤ ਦੀ ਗੱਲ ਹੈ, ਮੈਂ ਸਮਝਦਾ ਵੀ ਸਰਕਾਰ ਦੇ ਬੜੇ ਖਰਚੇ ਹੁੰਦੇ ਨੇ, ਕੁਝ ਕਮਿਟਡ ਖਰਚੇ ਨੇ। 80% ਜਿਹੜੇ ਸਰਕਾਰ ਦੇ ਖਰਚੇ ਨੇ ਉਹਨਾਂ 'ਚ ਕੋਈ ਕਟੌਤੀ ਨਹੀਂ ਕਰ ਸਕਦੀ ਸਰਕਾਰ, ਜਿਨ੍ਹਾਂ 'ਚ ਤਨਖਾਹਾਂ ਹੁੰਦੀਆਂ ਨੇ, ਕਰਜ਼ੇ ਮੋੜਨੇ ਨੇ, ਸਬਸਿਡੀਆਂ ਨੇ, ਲੋਕਾਂ ਦੀਆਂ ਵੈਲਫੇਅਰ ਸਕੀਮ ਨੇ, ਜਿਵੇਂ ਪੈਨਸ਼ਨਾਂ ਨੇ, ਓਲਡ ਏਜ ਪੈਨਸ਼ਨ ਨੇ, ਹੋਰ ਨੇ। ਸੋ ਉਹ ਸਰਕਾਰ ਦੀ ਮਜਬੂਰੀ ਹੁੰਦੀ ਹੈ। ਜਦ ਤਨਖਾਹ ਸਰਕਾਰ ਦੀ ਹੁਣ ਆਮਦਨ ਹੈ ਜਿਹੜੀ ਉਹ ਤਕਰੀਬਨ ਮੈਂ ਸਮਝਦਾ ਘੱਟੋ ਘੱਟ 50% ਉਹਦੇ ਵਿੱਚ ਕਮੀ ਆਏਗੀ। ਹੂੰ ਇਸ ਲਈ ਜਿਹੜੀਆਂ ਸਰਕਾਰ ਦੀਆਂ ਜ਼ਿਆਦਾ ਆਮਦਨ ਹੈ ਉਹ ਲਗਜ਼ਰੀ ਗੁੱਡਸ ਤੋਂ ਅਤੇ ਸਿਮ ਟੈਕਸ ਜਿਹੜੇ ਨੇ ਉਹਨਾਂ ਤੋਂ ਸਰਕਾਰ ਜ਼ਿਆਦਾ ਆਮਦਨ ਆਉਂਦੀ ਹੈ। ਉਹ ਸਾਰੀ ਜਿਹੜੀ ਆਮਦਨ ਹੈ ਉਹ ਟੈਕਸਿਸ ਤਕਰੀਬਨ ਬੰਦ ਹੋ ਗਏ ਨੇ। ਤੇ ਜਿਹੜੇ ਅੱਜ ਜਿਹੜੀ ਖਰੀਦ ਫਰੋਖਤ ਜਿਹੜੀ ਟੈਕਸ ਆ ਵੀ ਰਹੇ ਨੇ ਉਹ ਵੀ ਬੜੇ ਥੋੜੇ ਆ ਰਹੇ ਨੇ, ਕਿਉਂਕਿ ਜਿਹੜੀਆਂ ਖਾਣ ਪਾਣ ਦੀਆਂ ਪੀਣ ਦੀਆਂ ਚੀਜ਼ਾਂ ਨੇ ਟੈਕਸ ਬੜਾ ਥੋੜਾ ਹੁੰਦਾ ਹੈਗਾ, ਐਵਰੇਜ 5% ਜਾਂ 0% ਟੈਕਸ ਹੈ ਉਹਨਾਂ ਤੇ। ਸੋ ਸਰਕਾਰ ਦੀ ਸਥਿਤੀ ਜ਼ਰੂਰ ਮਾੜੀ ਹੈ, ਪਰ ਮੈਂ ਸਮਝਦਾ ਸਰਕਾਰ ਇਹ ਕਟੌਤੀ ਕਰ ਨਹੀਂ ਸਕਦੀ, ਕਿਉਂਕਿ ਜੀ ਜੇ ਕਟੌਤੀ ਢੀਂਡਸਾ ਸਰਕਾਰ ਸਾਹਿਬ, ਨੇ ਕਰਨੀ ਹੈ ਤਾਂ ਫਾਈਨੈਂਸ਼ੀਅਲ ਐਮਰਜੈਂਸੀ ਲਗਾਉਣੀ ਪਊਗੀ, ਤਾਂ ਕਟੌਤੀ ਕਰ ਸਕਦੀ ਹੈ। ਢੀਂਡਸਾ ਸਾਹਿਬ ਇਸ ਇਸ਼ੂ ਤੇ ਆਪਾਂ ਦੁਬਾਰਾ ਗੱਲ ਕਰਦੇ ਹਾਂ, ਲੇਕਿਨ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਲੀਗਲੀ ਸਰਕਾਰ ਜਿਹੜੀ ਆ ਉਹ ਕੱਟ ਨਹੀਂ ਸਕਦੀ, ਸ਼ਾਇਦ ਇਸੇ ਕਰਕੇ ਕਿਹਾ ਗਿਆ ਹੈ ਕੈਬਨਿਟ ਵੱਲੋਂ ਜਾਂ ਸੀਐਮ ਸਾਹਿਬ ਵੱਲੋਂ ਕਿ ਤੁਸੀਂ ਆਪਣੀ ਮਰਜ਼ੀ ਤੇ ਹੀ ਜਿਹੜਾ ਹੈ ਉਹਨਾਂ ਨੇ ਛੱਡਤਾ ਮੁਲਾਜ਼ਮਾਂ ਤੇ। ਲੇਕਿਨ ਦੂਜੇ ਪਾਸੇ ਤੇਲੰਗਾਨਾ ਦੇ ਵਿੱਚ ਇਹ ਪਹਿਲਾਂ ਹੋ ਚੁੱਕਿਆ, ਜਿਵੇਂ ਕਿ ਨਾਜਰ ਸਿੰਘ ਹੋਰੀ ਕਹਿ ਰਹੇ ਨੇ। ਇਹ ਮੈਂ ਹੁਣ ਪੁੱਛਣਾ ਇਹ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਹੈ? ਬਰਾੜ ਸਾਹਿਬ ਤੁਸੀਂ ਕੀ ਸਮਝਦੇ ਹੋ? ਜਿਵੇਂ ਢੀਂਡਸਾ ਸਾਹਿਬ ਨੇ ਆਪਣਾ ਸਟੈਂਡ ਸਪਸ਼ਟ ਕਰਤਾ, ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਤਾਂ ਕਿਹਾ ਹੋਊਗਾ ਕਿ ਵੀ ਇਹ ਕਟੌਤੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ, ਜਾਂ ਕਿਵੇਂ ਸਜੀਏ ਇਸ ਹਾਲਾਤ ਨਾਲ, ਆਰਥਿਕ ਸੰਕਟ ਨਾਲ? ਤਾਂ ਨਜ਼ਰ ਨਹੀਂ ਆ ਰਹੀ ਕਿਤੇ। ਕੱਲ ਕੈਬਨਿਟ ਬਰਾੜ ਹੁੰਦੀ ਹੈ ਤੇ ਸਾਹਿਬ 3 ਮਹੀਨਿਆਂ ਦੀ ਤਨਖਾਹ, 3 ਮਹੀਨਿਆਂ ਦੀ ਜੀ ਤਨਖਾਹ ਜਿਹੜੀ ਕੱਲ ਕੈਬਨਿਟ ਹੁੰਦੀ ਹੈ ਤੇ ਉਹਦੇ 'ਚ ਸਿਰਫ ਇਹ ਕਿਹਾ ਜਾਂਦਾ ਕਿ 3 ਮਹੀਨਿਆਂ ਦੀ ਤਨਖਾਹ ਰਿਲੀਫ ਫੰਡ 'ਚ ਦਿੱਤੀ ਜਾਊਗੀ। ਮੈਂ ਸਮਝਦਾ ਕਿ ਇਹ ਸਰਕਾਰ ਦੀ ਕੋਈ ਗੰਭੀਰਤਾ ਦਿਖਾਉਣ ਵਾਲਾ ਸਟੈਪ ਨਹੀਂ ਹੈ ਸਰਕਾਰ ਦਾ। ਦੇਖੋ ਇੱਕ ਗੱਲ ਆ, ਇਹ ਬੜੀ ਲੰਬੀ ਸਾਡੇ ਲਈ ਮਾਰ ਪੈਣੀ ਹੈ, ਜਿਹੜੀ ਸਾਡੀ ਆਮਦਨ ਜਿਹੜੀ ਟੁੱਟਣੀ ਹੈ। ਔਰ ਦੂਸਰਾ ਇਹ ਹੈ ਕਿ ਲੰਬੀ ਪਲੈਨਿੰਗ ਕਰਨੀ ਪੈਣੀ ਹੈ, ਘੱਟ ਤੋਂ ਘੱਟ 4-5 ਸਾਲ ਦਾ ਕੋਈ ਨਕਸ਼ਾ ਜਿਹੜਾ ਸਰਕਾਰ ਹੈ ਉਹ ਸਭ ਦੇ ਸਾਹਮਣੇ ਰੱਖੇ। ਔਰ ਸਭ ਤੋਂ ਪਹਿਲਾਂ ਤਿਆਗ ਆਪਣੇ ਤੋਂ ਸ਼ੁਰੂ ਉਹਨਾਂ ਨੂੰ ਕਰਨਾ ਪਊਗਾ। ਮੈਂ ਇਹ ਉਮੀਦ ਕਰਦਾ ਸੀ ਕਿ ਕੱਲ ਜਿਵੇਂ ਕੈਬਨਿਟ ਹੋਈ ਹੈ ਕਿ ਅਗਲੇ 5 ਸਾਲਾਂ ਲਈ ਹਰੇਕ ਮੁੱਖ ਮੰਤਰੀ, ਹਰੇਕ ਮੰਤਰੀ, ਹਰੇਕ ਐਮਐਲਏ, ਇਹਨਾਂ ਸਾਰਿਆਂ ਦੀ 50% ਜਿਹੜੀ ਤਨਖਾਹ ਹੈ ਉਹ ਕਰ ਦਿੱਤੀ ਜਾਊਗੀ। ਜਦੋਂ ਖੁਦ 50% ਦੀ ਕਰਨਗੇ ਤਾਂ ਮੇਰਾ ਖਿਆਲ ਹੈ ਕਿ ਫੇਰ ਹੋ ਸਕਦਾ ਕਿ ਕਿਸੇ ਤੇ ਅਸਰ ਪਵੇ ਵੀ ਇਹਨਾਂ ਨੇ ਖੁਦ ਨੂੰ ਵੀ ਘਟਾਇਆ ਤੇ ਸਾਨੂੰ ਵੀ ਸੋਚਣਾ ਪੈ ਸਕਦਾ। ਪਰ ਅੱਜ ਹਾਲਾਤ ਇਹ ਨੇ ਕਿ 3 ਮਹੀਨਿਆਂ ਤੋਂ ਬਾਅਦ ਤੁਸੀਂ ਕੀ ਸੋਚਦੇ ਹੋ ਕਿ ਇਹਦਾ ਮਤਲਬ 3 ਮਹੀਨਿਆਂ 'ਚ ਸਾਰਾ ਕੁਝ ਪੰਜਾਬ ਜਾਂ ਹਿੰਦੁਸਤਾਨ ਠੀਕ ਹੋ ਜਾਊਗਾ? ਨਹੀਂ, ਜਿੰਨਾ ਇਕਨੋਮਿਕਲ ਥੱਲੇ ਨੂੰ ਅਸੀਂ ਡਿੱਗਾਂਗੇ, ਇਹਨੂੰ ਸਾਲਾਂ ਬੱਧੀ ਲੱਗਣਾ ਖੜੇ ਹੋਣ ਲਈ। ਔਰ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ 5 ਸਾਲਾਂ ਦਾ ਘੱਟੋ ਘੱਟ ਨਕਸ਼ਾ ਜਿਹੜਾ ਹੈ ਬਣਾ ਕੇ ਚੱਲਣਾ ਪੈਣਾ। ਔਰ 50% ਤਨਖਾਹ ਸਾਰੇ ਹੀ ਜਿੰਨੇ ਪੋਲੀਟੀਕਲ ਅਪਾਇੰਟੀ ਨੇ, ਭਾਵੇਂ ਉਹਦੇ 'ਚ ਐਮਐਲਏ ਨੇ, ਭਾਵੇਂ ਮੰਤਰੀ ਨੇ, ਭਾਵੇਂ ਮੁੱਖ ਮੰਤਰੀ ਨੇ,
ਔਰ ਮੈਂ ਇੱਥੋਂ ਤੱਕ ਕਹੂੰਗਾ ਜਿਹੜਾ ਸਭ ਤੋਂ ਵੱਧ ਲੋਕਾਂ ਦੇ ਵਿੱਚ ਇੱਕ ਅਰਜੈਂਟਮੈਂਟ ਹੈ ਕਿ ਜਿਹੜੀਆਂ ਇੱਕ ਤੋਂ ਵੱਧ ਪੈਨਸ਼ਨਾਂ ਜਿਹੜੀਆਂ ਪੋਲੀਟੀਕਲ ਬੰਦਿਆਂ ਨੂੰ ਮਿਲਦੀਆਂ, ਇਹਦੇ ਤੇ ਵੀ ਕੁਝ ਨਾ ਕੁਝ ਸੋਚਣਾ ਪਊਗਾ। ਔਰ ਜੇ ਪਹਿਲਾਂ ਆਪਣੇ ਆਪ ਦੀ ਜਮਾਤ ਤੋਂ ਸੋਚਣਾ ਸ਼ੁਰੂ ਕਰਾਂਗੇ ਤਾਂ ਬਾਕੀ ਵੀ ਹੋ ਸਕਦਾ, ਜੇ ਕਿਸੇ ਕੋਲੇ ਫਾਲਤੂ ਹੋਊਗਾ ਤਾਂ ਕੁਝ ਨਾ ਕੁਝ ਸਰਕਾਰ ਦੇ ਨਾਲ ਖੜਨ ਦੀ ਜਿਹੜੀ ਆ ਕੋਸ਼ਿਸ਼ ਕਰ ਸਕਦੇ ਆ। ਪਰ ਤੁਸੀਂ ਆਪਦੀ 3 ਮਹੀਨਿਆਂ ਦੀ ਤਨਖਾਹ ਕੱਟ ਕੇ, ਗੱਡੀ ਤੁਹਾਡੇ ਕੋਲੇ, ਤੇਲ ਸਰਕਾਰ ਦਾ ਤੁਹਾਡੇ ਕੋਲੇ, ਸਰਕਾਰੀ ਘਰ ਤੁਹਾਡੇ ਕੋਲੇ, ਸਾਰੀਆਂ ਸਹੂਲਤਾਂ ਤੁਹਾਡੇ ਕੋਲੇ, ਕੱਲੀ ਤਨਖਾਹ ਤੁਸੀਂ ਜਮ੍ਹਾਂ ਕਰਾ ਕੇ 3 ਮਹੀਨਿਆਂ ਦੀ, ਤੇ ਤੁਸੀਂ ਮੁਲਾਜ਼ਮਾਂ ਨੂੰ ਕਹੋ ਵੀ ਤਨਖਾਹਾਂ ਦੇਣ ਲਈ ਤਿਆਰ ਹੋ ਜਾਓ, ਕਟਾਉਣ ਲਈ ਤਿਆਰ ਹੋ ਜਾਓ। ਮੇਰਾ ਖਿਆਲ ਹੈ ਇਹ ਗੱਲ ਵਾਜਬ ਨਹੀਂ ਹੈ। ਮੁੱਖ ਮੰਤਰੀ ਸਾਹਿਬ ਨੂੰ ਮੈਂ ਅਪੀਲ ਕਰੂੰਗਾ, ਪਹਿਲਾਂ ਸਾਰੀ ਪੋਲੀਟੀਕਲ ਜਮਾਤ, ਭਾਵੇਂ ਉਹ ਚੇਅਰਮੈਨ ਹੈ ਕੋਈ, ਭਾਵੇਂ ਕੋਈ MP ਹੈ, ਭਾਵੇਂ MLA ਹੈ, ਸਾਰਿਆਂ ਦੀ 50% ਦਾ ਸਿੱਧਾ ਕੱਟ ਲਾ ਦੇਣਾ ਚਾਹੀਦਾ। ਤੇ ਖਾਸ ਕਰਕੇ ਜਿਹੜੀਆਂ 1-1, 2-2, 3-3 ਪੈਨਸ਼ਨਾਂ ਦਾ ਰੌਲਾ ਪੈਂਦਾ, ਇਹਦੇ ਤੇ ਵੀ ਕੱਟ ਲਾ ਦੇਣਾ ਚਾਹੀਦਾ। ਫਿਰ ਮੇਰਾ ਖਿਆਲ ਹੈ ਕਿ ਲੋਕ ਇਸ ਗੱਲ ਨੂੰ ਮੰਨਣਗੇ ਕਿ ਵਾਕਈ ਜੇ ਪੋਲੀਟੀਕਲ ਜਮਾਤ ਨੇ ਤਿਆਗ ਕੀਤਾ ਤੇ ਅਸੀਂ ਕੁਝ ਨਾ ਕੁਝ ਲੋੜ ਹੈ ਦੇਸ਼ ਨੂੰ ਤਾਂ ਕਰ ਸਕਦੇ ਹਾਂ। ਜੀ ਬਰਾੜ ਸਾਹਿਬ, ਤੁਹਾਡਾ ਜਿਹੜਾ ਇਹ ਕਹਿਣਾ ਕਿ ਪੈਨਸ਼ਨਾਂ ਤੇ ਕੱਟ ਲੱਗਣਾ ਚਾਹੀਦਾ, ਮੈਨੂੰ ਲੱਗਦਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਤੋਂ ਜ਼ਿਆਦਾ ਨਹੀਂ ਬਾਲੀਆ ਸਾਹਿਬ ਇੱਕ ਮਿੰਟ ਜੀ, ਇਹੀ ਗਲਤ ਭਰਮ ਤੇ ਭੁਲੇਖੇ ਹੈ। ਮੈਂ ਇੱਕ ਬੇਨਤੀ ਕਰਦਿਆਂ, ਵਿੱਤ ਮੰਤਰੀ ਸਾਹਿਬ ਬੈਠੇ ਆ, ਢੀਂਡਸਾ ਸਾਹਿਬ ਇਹ ਵੀ ਕਲੀਅਰ ਕਰ ਦੇਣਗੇ, ਜਿੰਨਾ ਚਿਰ ਬੰਦਾ MP ਜਾਂ MLA ਹੈਗਾ ਉਹਨਾਂ ਚਿਰ ਉਹਨੂੰ ਤਨਖਾਹ ਮਿਲਣੀ ਹੈ, ਉਹਨਾਂ ਚਿਰ ਫਾਲਤੂ ਕੋਈ ਪੈਨਸ਼ਨਾਂ ਨਹੀਂ ਮਿਲਣੀਆਂ। ਇਹ ਖਾਸ ਕਿਸਮ ਦਾ ਵਾਹ ਵੇਲਾ ਜਿਹੜਾ ਹੈਗਾ ਪੋਲੀਟੀਕਲ ਬੰਦਿਆਂ ਦੇ ਖਿਲਾਫ ਖੜਾ ਕੀਤਾ ਗਿਆ। ਮੈਂ ਤਾਂ ਹੀ ਕਹਿਣਾ ਹੈ ਕਿ ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਸਾਡੇ ਮੁਲਾਜ਼ਮ ਹੈ ਕੋਈ ਉਹਨਾਂ ਦੀ ਪੈਨਸ਼ਨ, ਮੈਂ ਪੋਲੀਟੀਕਲ ਜਮਾਤ ਤੇ ਕਹਿਣਾ ਕਿ ਸਭ ਤੋਂ ਪਹਿਲਾਂ 50% ਪੋਲੀਟੀਕਲ ਜਮਾਤ ਤੇ ਕੱਟ ਲੱਗਣਾ ਚਾਹੀਦਾ, ਫਿਰ ਅਸੀਂ ਬਾਕੀਆਂ ਨੂੰ ਅਪੀਲ ਕਰ ਸਕਦੇ ਹਾਂ, ਸਾਰੇ ਜਿਹੜੇ ਪੋਲੀਟੀਕਲ ਜਮਾਤ ਆ ਬਾਕੀਆਂ ਨੂੰ ਰਲ ਕੇ। ਜੀ ਬਿਲਕੁਲ ਬਰਾੜ ਸਾਹਿਬ, ਇਸ ਤੋਂ ਪਹਿਲਾਂ ਕਿ ਬ੍ਰੇਕ ਦਾ ਟਾਈਮ ਹੋਵੇ, ਬੁੱਧ ਰਾਮ ਜੀ, ਆਮ ਆਦਮੀ ਪਾਰਟੀ ਇਸ ਬਾਰੇ ਕੀ ਸੋਚ ਰਹੀ ਹੈ, ਇਹ ਅਸੀਂ ਤੁਹਾਤੋਂ ਜਾਣਨਾ ਚਾਹੁੰਦੇ ਹਾਂ। ਵਾਲੀਆ ਸਾਹਿਬ, ਗੱਲ ਇਹ ਹੈ, ਗੱਲ ਇਹ ਨਹੀਂ ਵੀ ਸ਼੍ਰੋਮਣੀ ਅਕਾਲੀ ਦਲ ਕੀ ਕਹਿੰਦਾ, ਕਾਂਗਰਸ ਕੀ ਕਹਿੰਦੀ ਹੈ, ਆਮ ਆਦਮੀ ਪਾਰਟੀ ਕੀ ਕਹਿੰਦੀ ਹੈ। ਹੁਣ ਜਿਹੜਾ ਸੰਕਟ ਹੈ ਦੁਨੀਆ ਭਰ ਦੇ ਵਿੱਚ ਆਇਆ ਹੋਇਆ, ਇਕੱਲਾ ਕਿਸੇ ਇੱਕ ਦੇਸ਼ ਦੇ ਸੰਕਟ ਨਹੀਂ ਹੈ। ਤੀਜੇ ਦੁਨੀਆ ਦੇ ਜਿਹੜੇ ਦੇਸ਼ ਨੇ, ਖਾਸ ਤੌਰ ਤੇ ਡਿਵੈਲਪ ਕਰ ਰਹੇ ਦੇਸ਼ ਸੀ, ਇਹਨਾਂ ਦੇ ਬਹੁਤ ਵੱਡਾ ਭਾਰੀ ਸੰਕਟ ਛਾਇਆ, ਕਿਉਂਕਿ ਇਹਨਾਂ ਦੀ ਇੱਕ ਇਕਨੋਮੀ ਜਿਹੜੀ ਹੈਗੀ ਹੈ ਉਹ ਇੰਨੀ ਵਿਕਾਸ ਨਹੀਂ ਸੀ, ਵਿਕਾਸ ਦੇ ਰਾਹ ਤੇ ਤੁਰ ਰਹੀ ਸੀ। ਪਰੰਤੂ ਇਹ ਕਰੋਨਾ ਸੰਕਟ ਦੇ ਨਾਲ ਇਹ ਪੂਰੀ ਤਰ੍ਹਾਂ ਇੱਕ ਤਰ੍ਹਾਂ ਦੇ ਬ੍ਰੇਕ ਲੱਗ ਚੁੱਕੀ ਹੈ ਇਕਨੋਮੀ ਦੇ ਡਿਵੈਲਪਮੈਂਟ ਹੋਣ ਦੇ ਉੱਤੇ। ਕੁਝ ਪੰਜਾਬ ਵੀ ਇੱਕ ਸ਼ਾਮਲ ਹੈ ਇੱਕ ਸੂਬੇ ਵਜੋਂ। ਦੇਖੋ, ਜਿਹੜੀ ਅੱਜ ਗੱਲ ਕਰ ਰਹੇ ਹਾਂ ਆਪਾਂ, ਜਦੋਂ ਕੋਈ ਬਹਿਸ ਕਰਦੇ ਹਾਂ, ਤੁਸੀਂ ਪੋਲੀਟੀਕਲ ਬੁੱਧੀਜੀਵੀ ਹੋ, ਕੋਈ ਅਕੈਡਮਿਕ ਬੁੱਧੀਜੀਵੀ ਹੈ ਜਾਂ ਕੋਈ ਹੋਰ ਕਿਸਮ ਨਾਲ ਸੰਬੰਧ ਰੱਖਦਾ ਹੈ, ਸਾਡਾ ਮਤਲਬ ਇਹ ਹੁੰਦਾ ਹੈ ਕਿ ਕਰੋੜ ਮੈਪ ਜਾਂ ਇੱਕ ਆਪਣੀ ਵਿਚਾਰਧਾਰਾ ਲੋਕਾਂ ਅੱਗੇ ਰੱਖਣੀ ਹੁੰਦੀ ਹੈ, ਤਾਂ ਜੋ ਲੋਕ ਉਹਦੇ ਵਿੱਚੋਂ ਸਹੀ ਕੀ ਹੈ ਤੇ ਗਲਤ ਕੀ ਹੈ ਇਹ ਲੱਭ ਸਕਣ। ਹੁਣ ਜਿਹੜੀ ਪੰਜਾਬ ਦੇ ਵਿੱਚ ਪਹਿਲਾਂ ਹੀ ਆਰਥਿਕ ਮੰਦੀ ਸੀ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਐਡਾ ਬੁਰਾ ਹਾਲ ਸੀ। ਪਿਛਲੇ ਬਜਟ ਦੇ ਵਿੱਚ ਪੰਜਾਬ ਦੀ ਜਿਹੜੀ ਕੁਝ ਸੀਟ ਸੀ, ਕੁੱਲ ਮਤਲਬ ਆਮਦਨ ਸੀ, ਉਹ ਉਦੋਂ ਪਿਛਲੇ ਸਾਲਾਂ ਘਟ ਗਈ। ਮੇਰਾ ਮੰਨ ਦਾ ਮਤਲਬ, ਜਦੋਂ ਕੋਈ ਦੇਸ਼ ਵਿਕਾਸ ਕਰਦਾ ਨਾ, ਜੇ ਅਸੀਂ ਘਰ ਵਿਕਾਸ ਕਰਦਾ ਹੈ ਤੇ ਉਹਦੀ ਆਮਦਨ ਤੇ ਉਹਦਾ ਐਕਸਪੈਂਡੀਚਰ ਵੱਧ ਹੋ ਤਾਂ ਅਸੀਂ ਉਹਦੇ ਵਿੱਚ ਵਾਧਾ ਹੁੰਦਾ ਹੈ। ਪਰੰਤੂ ਪਿਛਲੇ ਸਾਲ ਜਿਹੜੀ ਰਸੀਦ ਸੀਗੀ ਉਹ 1,48,000 ਕਰੋੜ ਰੁਪਏ ਰਸੀਦ ਕੀਤੀ ਹੈ ਇਹਨਾਂ ਨੇ, ਤੇ ਐਤਕੀ ਮਤਲਬ ਜਿਹੜੀ ਹੈਗੀ ਹੈ ਉਹਨਾਂ ਨੇ ਆਮਦਨ ਰੱਖੀ ਸੀ, ਐਸਟੀਮੇਟ ਰੱਖਿਆ ਸੀ 1,53,000 ਕਰੋੜ ਦਾ ਪਿਛਲੇ ਸਾਲ। ਪਰੰਤੂ ਹੁਣ ਜਿਹੜਾ ਬਜਟ ਪੇਸ਼ ਹੋਇਆ ਸੀ ਉਹਨਾਂ ਨੇ ਜਿਹੜਾ ਰੱਖਿਆ 1,53,000 ਕਰੋੜ ਦਾ ਰੱਖਿਆ ਸੀ, ਯਾਨੀ ਕਿ ਆਮਦਨ ਘਟਾਈ ਆ ਉਹਨੇ ਆਪਦੀ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਜਦੋਂ ਦੇਸ਼ ਇੰਨਾ ਸੰਕਟ ਦੇ ਵਿੱਚ ਹੈ ਤਾਂ ਹੁਣ ਉੱਥੇ ਇਹ ਮਾਰ ਪਈ ਕਰੋਨਾ ਦੀ। ਪ੍ਰਿੰਸੀਪਲ ਬੁੱਧਰਾਮ ਜੀ, ਤੁਸੀਂ ਕੀ ਦੱਸ ਰਹੇ ਸੀ ਕਿ ਇਹ ਬਿਲਕੁਲ ਸਭ ਨੂੰ ਪਤਾ ਹੈ ਕਿ ਸਰਕਾਰ ਪਹਿਲਾਂ ਵੀ ਘਾਟੇ ਸੀ, ਸਰਕਾਰ ਪਹਿਲੇ ਖਾਲੀ ਪੀਪੇ ਦਿਖਾ ਰਹੀ ਸੀ, ਖੜਕਾ ਰਹੀ ਸੀ, ਇਹ ਸਭ ਨੂੰ ਪਤਾ ਹੈ। ਤੇ ਲੇਕਿਨ ਕੈਪਟਨ ਸਾਹਿਬ ਉਦੋਂ ਵੀ ਕਹਿੰਦੇ ਸੀ, ਹੁਣ ਵੀ ਕਹੀ ਜਾਂਦੇ ਨੇ ਅਸੀਂ ਵਾਅਦੇ ਪੂਰੇ ਕਰਾਂਗੇ। ਅੱਜ ਸਾਡਾ ਉਹ ਟੌਪਿਕ ਨਹੀਂ। ਅੱਜ ਤਾਂ ਕਰੋਨਾ ਸੰਕਟ ਦਾ ਸਾਹਮਣਾ ਕਰਨ ਲਈ ਜਿਹੜੇ ਕੁਝ ਮੁੱਦੇ ਉੱਠ ਰਹੇ ਨੇ ਉਹਨਾਂ ਤੇ ਅਸੀਂ ਗੱਲ ਕਰ ਰਹੇ ਹਾਂ। ਉਹਨਾਂ ਚੋਂ ਅਹਿਮ ਮੁੱਦਾ ਇਹ ਹੈ ਕਿ ਜੇ 3 ਮਹੀਨੇ ਦੀ ਜਿਹੜੀ ਆਪਦੀ ਤਨਖਾਹ ਦੇ ਰਹੇ ਨੇ, ਜਾਂ ਪਹਿਲਾਂ MP ਫੰਡ ਜਿਹੜਾ ਹੈ ਉਹ ਵੀ ਤਾਂ ਪੰਜਾਬ ਦਾ ਹੀ ਸੀ ਨਾ, ਡਿਵੈਲਪਮੈਂਟ ਤੇ ਜਿਹੜਾ ਮਾੜਾ ਮੋਟਾ ਖਰਚ ਹੁੰਦਾ ਸੀ ਉਧਰੋਂ ਵੀ ਗਿਆ। ਜੇ ਪੰਜਾਬ ਦੇ MPਆਂ ਨੂੰ ਨਹੀਂ ਮਿਲੂਗਾ ਤਾਂ ਇਹ ਛੋਟੇ ਛੋਟੇ ਜਿਹੜੇ ਕੰਜੂਸੀਆਂ ਕੀਤੀਆਂ ਜਾ ਰਹੀਆਂ ਨੇ, ਉਹਨਾਂ 'ਚ ਇੱਕ ਇਸ਼ੂ ਇਹ ਵੀ ਉੱਠਿਆ ਕਿ ਮੁਲਾਜ਼ਮ ਵੀ ਆਪਦੀ ਤਨਖਾਹ ਥੋੜੀ ਜਿਹੀ ਛੱਡ ਦੇਣ। ਤੁਸੀਂ ਇਹਦੇ ਬਾਰੇ ਕੀ ਕਹਿ ਰਹੇ ਸੀ? ਨਹੀਂ, ਮੈਂ ਇਹੀ ਗੱਲ ਕਹਿ ਰਿਹਾ ਸੀ ਕਿ ਪੰਜਾਬ ਪਹਿਲੀ ਸੰਕਟ ਦੀ ਸਥਿਤੀ ਵਿੱਚ ਹੈ। ਸਾਡੇ ਵਿੱਤ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ 3 ਸਾਲ ਦੇ ਵਿੱਚ ਮੈਂ ਜਿਹੜਾ ਬਜਟ ਜਿਹੜਾ ਘੱਟ ਹੈ ਹੁਣ 0 ਤੇ ਕਰ ਦੂੰਗਾ। ਪਰੰਤੂ ਅੱਜ ਉਹ ਵੱਧ ਰਿਹਾ ਹੈ, ਇਹਦਾ ਮਤਲਬ ਸੰਕਟ ਹੋਰ ਵੱਧ ਰਿਹਾ ਹੈ।
ਤਾਂ ਹੁਣ ਅੱਜ ਕਰੋਨਾ ਦੀ ਮਾਰ ਥੱਲੇ ਇੰਨਾ ਕੁਝ ਹੋ ਚੁੱਕਿਆ ਹੈ ਕਿ ਸਾਡੀ ਜਿਹੜੀ ਇਕਨੋਮੀ ਹੈ ਦਿਨ ਪਰ ਦਿਨ ਇੰਨੀ ਡਿੱਗ ਜਾਊਗੀ ਕਿ ਤੁਸੀਂ ਆਉਣ ਵਾਲੇ 5-6 ਸਾਲ ਕਈ ਸਾਲਾਂ ਤੱਕ ਇਹ ਉਸ ਸਥਿਤੀ 'ਚ ਆਉਣਾ ਮੁਸ਼ਕਲ ਹੋ ਜਾਊਗਾ। ਹੁਣ ਇਹਨੂੰ ਸੰਭਾਲਣ ਵਾਸਤੇ, ਸਾਹਮਣਾ ਦੇਣ ਵਾਸਤੇ ਕੱਲੇ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਹੈ 2-3 ਮਹੀਨਿਆਂ ਦੀ, ਉਹ ਜਮ੍ਹਾਂ ਕਰਾਉਣ ਵਾਸਤੇ ਕਿਹਾ ਗਿਆ। ਮੈਂ ਕਹਿੰਦਾ ਵੀ ਮੇਰੇ ਵੱਲੋਂ, ਸਾਡੀ ਪਾਰਟੀ ਵੱਲੋਂ ਇਹ ਸਟੈਂਡ ਹੈ ਕਿ ਇਹ ਜੇ ਕੋਈ ਪੰਜਾਬ ਦੇ ਹਿੱਤ ਦੀ ਗੱਲ ਹੁੰਦੀ ਹੈ, ਜਿੱਥੇ ਪੰਜਾਬ ਦੇ ਲੋਕਾਂ ਦਾ ਫਾਇਦਾ ਹੁੰਦਾ ਹੈ, ਸਾਨੂੰ ਉਹਨਾਂ ਨਾਲ ਰਲ ਕੇ ਚੱਲਣਾ ਚਾਹੀਦਾ ਹੈ। ਸਾਡੇ ਇਹਦੇ ਵਿੱਚ ਕੋਈ ਘਾਟ ਨਹੀਂ, ਪਰੰਤੂ ਕੁਝ ਗੱਲਾਂ ਆਈਆਂ ਜਾਂ ਨਹੀਂ, ਕਿਉਂਕਿ ਦੇਖੋ ਗਲਤ ਜਾਣਕਾਰੀ ਦੇਣਾ ਸਭ ਤੋਂ ਵੱਡੀ ਗਲਤੀ ਹੁੰਦੀ ਹੈ। ਸੱਚ ਬੋਲੋ, ਸਪਸ਼ਟਤਾ ਨਾਲ ਗੱਲ ਕਰੋ, ਲੋਕਾਂ ਦੇ ਵਿੱਚ ਦਿਮਾਗ ਤੇ ਗੱਲ ਹੋਣੀ ਚਾਹੀਦੀ ਹੈ ਵੀ ਗੱਲ ਕਹਿੰਦਾ ਕੀ ਸਾਡੇ ਮੰਤਰੀ ਜੀ। ਗੱਲ ਕੱਲੀ ਮੁਲਾਜ਼ਮਾਂ ਤਨਖਾਹ ਨਾਲ ਗੱਲ ਨਹੀਂ ਬਣਨੀ। ਸਾਡੇ ਜਿਹੜੇ ਲੋਕਾਂ ਦੇ ਵਾਸਤੇ, ਪੰਜਾਬ ਦੀ ਇਕਨੋਮੀ ਨੂੰ ਹੋਰ ਅੱਗੇ ਵਧਾਉਣ ਵਾਸਤੇ ਕੁਝ ਹੋਰ ਤਰ੍ਹਾਂ ਦੇ ਜਿਹੜੇ ਗਲਤ ਸਮਝੌਤੇ ਕੀਤੇ ਹੋਏ ਨੇ, ਉਹ ਵੱਡੀ ਇੱਕ ਰਾਜ ਸ਼ਕਤੀ, ਇੱਛਾ ਸ਼ਕਤੀ ਨੂੰ ਲੈ ਕੇ ਉਹ ਵੀ ਰੱਦ ਕਰਨੇ ਬਣਦੇ ਆ। ਜਿਵੇਂ ਤੁਹਾਨੂੰ ਇੱਕ ਉਦਾਹਰਨ ਮੈਂ ਦਿੰਦਾ ਵੀ ਪਿਛਲੇ ਵਾਰੀ ਜਿਹੜਾ ਬਿਜਲੀ ਸਮਝੌਤੇ ਹੋਏ ਨੇ, ਗਲਤ ਸਮਝੌਤੇ ਹੋਏ ਨੇ, ਜਿਹਦੇ ਪੰਜਾਬ ਦੀ ਇਕਨੋਮੀ ਤੇ ਬਹੁਤ ਵੱਡਾ ਅਸਰ ਪੈ ਰਿਹਾ ਹੈ। ਤੁਸੀਂ ਹੁਣ ਸਰਾਣੀ ਮੰਨੋਗੇ ਕਿ 12,967 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਬਿਜਲੀ ਦੇ ਇੱਕ ਵੀ ਯੂਨਿਟ ਖਰੀਦੇ ਬਿਨਾਂ ਫਿਕਸ ਚਾਰਜ ਤੋਂ ਦੇਤੇ। 6553 ਕਰੋੜ ਰੁਪਇਆ ਪਿਛਲੀ ਸਰਕਾਰ ਦਾ ਤੇ 6414 ਕਰੋੜ ਰੁਪਇਆ ਇਸ ਸਰਕਾਰ ਨੇ ਦਿੱਤਾ ਹੈ। ਸਭ ਨਾਲ ਇਹ ਵੀ ਮਤਲਬ ਇੱਥੇ ਗੱਲ ਬਣਨੀ ਬਣਦੀ ਹੈ, ਸਾਡੇ ਜਿਹੜੇ ਮੁੱਖ ਮੰਤਰੀ ਨੂੰ ਇਹ ਵੱਡੇ ਫੈਸਲੇ ਲੈਣੇ ਚਾਹੀਦੇ ਨੇ ਕੈਬਨਿਟ ਨੂੰ ਵੀ ਉਹਨਾਂ ਰੱਦ ਕਰੋ। ਲੋਕਾਂ ਦੇ ਵਾਸਤੇ ਜਿਹੜੇ ਪੈਸੇ ਨੇ ਉਹ ਲੋਕਾਂ ਦੇ ਹਿੱਤ ਵਿੱਚ ਵਰਤਣੇ ਚਾਹੀਦੇ ਨੇ, ਇਹ ਗਲਤ ਝੋਤੇ ਰੱਦ ਕਰੋ। ਦੂਜੀ ਗੱਲ ਇਹ ਹੈ ਬੁੱਧਰਾਮ ਜੀ, ਮੇਰੀ ਗੱਲ ਬੁੱਧਰਾਮ ਜੀ ਆਉਣਾ, ਦੁਬਾਰਾ ਆਉਣੇ ਆ। ਮੈਂ ਗੱਲ ਕਰਦਾ, ਮੈਂ ਪ੍ਰੈਸ ਸਾਹਿਬ ਪ੍ਰੋਫੈਸਰ ਅਵਨਾਸ਼ ਸਿੰਘ ਹੋਰਾਂ ਤੋਂ ਟਿੱਪਣੀ ਲੈਣੀ ਚਾਹੁੰਦਾ। ਪ੍ਰੈਸ ਸਾਹਿਬ, ਤੁਸੀਂ ਸੁਣਿਆ ਸਾਡੇ ਸਾਰੇ ਪੈਨਲਿਸਟ ਆਪਣੇ ਆਪਣੇ ਜਿਹੜੇ ਵਿਚਾਰ ਰੱਖਦੇ ਨੇ। ਇੱਕ ਗੱਲ ਬੜੀ ਸਪਸ਼ਟ ਹੈ ਕਿ ਇਸ ਇਸ਼ੂ ਤੇ ਇਸ ਤਰ੍ਹਾਂ ਬੁੱਧਰਾਮ ਜੀ ਕਹਿ ਰਹੇ ਨੇ ਕਿ ਮੁਲਾਜ਼ਮਾਂ ਨੂੰ ਜਾਂ ਸਭ ਨੂੰ ਕਹਿ ਵੀ ਥੋੜਾ ਬਹੁਤਾ ਕੰਟਰੀਬਿਊਟ ਕਰਨਾ ਚਾਹੀਦਾ ਹੈ। ਹਾਲੇ ਕਿਸੇ ਨੇ ਐਮਐਲਏ ਨੇ ਨਹੀਂ ਕਿਹਾ ਕਿ ਸਾਡੇ ਕੋਲ ਵੀ ਐਮਐਲਏ ਜਦੋਂ ਆਪਣਾ ਜਦੋਂ ਇਲੈਕਸ਼ਨ ਲੜਦੇ ਨੇ ਤੇ ਮੇਰਾ ਖਿਆਲ ਹੈ 2-4 ਨੂੰ ਛੱਡ ਕੇ ਬਾਕੀ ਸਭ ਕਰੋੜਪਤੀ ਨੇ, ਉਹਨਾਂ ਨੇ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ। ਲੇਕਿਨ ਮੁਲਾਜ਼ਮਾਂ ਵਾਲੀ ਜਿਹੜੀ ਸਥਿਤੀ ਹੈ ਉਹ ਜ਼ਰੂਰ ਨਜ਼ਰ ਆ ਰਹੀ ਹੈ ਕਿ ਆਉਣ ਵਾਲੇ ਟਾਈਮ 'ਚ ਜਿੱਥੇ ਤਾਂ ਮੰਗ ਕਰ ਰਹੇ ਸੀ ਵੀ ਇਹਨਾਂ ਨੂੰ ਕੋਈ ਬੋਨਸ ਦਈਏ, ਕੁਛ ਇਹਨਾਂ ਦੀ ਤਨਖਾਹ ਵਧਾਈਏ, ਇਨਸੈਂਟਿਵ ਦਈਏ, 15-16 ਘੰਟੇ ਕੰਮ ਕਰ ਰਹੇ ਨੇ, ਕਿਤੇ ਉਹਨਾਂ ਦੀਆਂ ਤਨਖਾਹ ਤੇ ਵੀ ਕੱਟ ਲੱਗਣ ਦੀ ਗੱਲ ਚੱਲ ਪਈ। ਕੀ ਕਹੋਗੇ ਪ੍ਰੈਸ ਸਾਹਿਬ? ਵਾਲੀਆ ਸਾਹਿਬ, ਗੱਲ ਇਸ ਤਰ੍ਹਾਂ ਹੈ ਕਿ ਜਦੋਂ ਵੀ ਦੇਸ਼ ਦੇ ਕਿਸੇ ਹਿੱਸੇ 'ਚ ਵਿਪਤਾ ਆਈ ਹੈ, ਇਸ ਵੇਲੇ ਤਾਂ ਇਹ ਵਰਲਡ ਵਾਈਡ ਹੈ, ਤਾਂ ਇੱਕ ਹੁੰਦਾ ਜੋ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ ਕਿਹਾ ਕਿ ਸਰਕਾਰ ਤੁਹਾਡੇ ਤੋਂ ਨਹੀਂ ਲੈ ਸਕਦੀ, ਲੇਕਿਨ ਸਰਕਾਰ ਤੁਹਾਨੂੰ ਪ੍ਰੋਤਸਾਹਿਤ ਕਰਦੀ ਹੈ। ਪਹਿਲਾਂ ਹੁੰਦਾ ਸੀ, ਜੇ ਪਿਛਲੇ ਸਾਲ ਕੇਰਲਾ ਦੇ ਵਿੱਚ ਜੋ ਫਲੱਡਸ ਆਏ 2018 ਦੇ ਵਿੱਚ, ਉਸ ਤੋਂ ਪਹਿਲਾਂ ਜੇ ਸਾਡੇ ਕੋਲ ਕਿਸੇ ਕਿਸਮ ਦੀ ਬਹੁਤ ਵੱਡੇ ਸਾਈਕਲੋਨ ਨੇ, ਦੂਸਰੀਆਂ ਵਿਪਤਾਵਾਂ ਨੇ। ਮੈਂ ਹਜੇ ਥੋੜ੍ਹੀ ਦੇਰ ਇੰਡੀਆ ਦੀ ਗੱਲ ਕਰ ਰਿਹਾ, ਫਿਰ ਪੰਜਾਬ ਤੇ ਆ ਜਾਣਾ। ਇਹਨਾਂ ਥਾਵਾਂ ਤੇ ਹਰ ਵਾਰੀ ਇੱਕ ਚੀਜ਼ ਰਹੀ ਹੈ ਕਿ ਲੋਕ ਇੱਕ ਦਿਨ ਦੀ ਤਨਖਾਹ ਹਰ ਮੁਲਾਜ਼ਮ। ਫਿਰ ਇਹ ਹੁੰਦਾ ਜਦੋਂ ਵਿਪਤਾ ਬਹੁਤ ਵੱਡੀ ਹੈ, ਉਹ ਇੱਕ ਦਿਨ ਦੀ, ਵੱਧ ਤੋਂ ਵੱਧ ਉਹ ਇੱਕ ਹਫ਼ਤਾ ਦੀ ਤਨਖਾਹ ਗਈ ਹੈ। ਉਸ ਦੇ ਨਾਲ ਸਿਰਫ ਇਹ ਨਾਲ ਕਹਿਣਾ ਚਾਹੁੰਦੇ ਹਾਂ ਬਈ ਸਰਕਾਰ ਤੁਹਾਡੇ ਤੋਂ ਨਹੀਂ ਲੈ ਸਕਦੀ ਐਜ਼ ਪਰ ਲਾਅ, ਤੁਹਾਨੂੰ ਪ੍ਰੇਰਿਤ ਕਰ ਸਕਦੀ ਹੈ ਕਿ ਤੁਸੀਂ ਇੱਕ ਦਿਨ ਦੀ ਜਾਂ 7 ਦਿਨ ਦੀ ਤਨਖਾਹ ਛੱਡੋ। ਜਿਹੜੀ ਵਿਪਤਾ ਇਸ ਵੇਲੇ ਹੈ, ਇੱਕ ਇੰਡੀਆ ਅਫੈਕਟਡ ਹੈ, ਲੇਕਿਨ ਵਰਲਡ ਦੇ ਵਿੱਚ ਜਿਹੜੇ ਦੂਸਰੇ ਕੰਟਰੀਜ਼ ਨੇ ਸਾਡੇ ਤੋਂ ਜ਼ਿਆਦਾ ਅਫੈਕਟਡ ਹੈ। ਮੈਂ ਪੰਜਾਬ ਤੇ ਆਨਾ, ਪੰਜਾਬ 'ਚ ਹਜੇ ਵੀ ਲੱਖ ਸ਼ੁਕਰ ਹੈ ਕਿ ਅਸੀਂ ਰਿਸਟ੍ਰਿਕਟ ਕੀਤਾ ਹੋਇਆ ਹੈ ਜੋ ਵੀ ਹੈ। ਜਿਸ ਤਰ੍ਹਾਂ ਦੇ ਵੀ ਇੱਕ ਇਹੋ ਜਿਹੇ ਅਫਸਰ ਕਰਨਵੀਰ ਸਿੰਘ ਸਿੱਧੂ, ਜਿਹੜੇ ਤੁਹਾਨੂੰ ਪੂਰੇ ਇੰਡੀਆ ਨੂੰ ਰੋਜ਼ ਦੀ ਖਬਰ ਦੇ ਰਹੇ ਹੈ, ਤੁਹਾਨੂੰ ਅਖੀਰ ਤੱਕ ਦੱਸ ਰਹੇ ਹੈ। ਪੰਜਾਬ ਦਾ ਜਿਹੜਾ ਇਸ ਵੇਲੇ ਅਸੀਂ ਕਹਿ ਰਹੇ ਹਾਂ ਵੀ ਵਿਪਤਾ ਜਾਂ ਕੋਈ ਉਹ ਹੈ, ਉਹ ਬਹੁਤ ਵੱਡਾ ਨਹੀਂ ਹੈ। ਸਾਡੇ ਕੋਲ SGPC ਨੇ ਕਿਹਾ ਕਿ ਅਸੀਂ ਦੇ ਸਕਦੇ ਹਾਂ ਜਨਾਬ ਜਿੰਨੀਆਂ ਵੀ ਤੁਸੀਂ ਕਿਟਸ ਲਿਆਓਗੇ। ਸਾਡੇ ਦੇਸ਼ ਦੇ ਵਿੱਚ SGPC, ਜੇ ਅਸੀਂ ਆਂਧਰਾ ਦਾ ਸਭ ਤੋਂ ਵੱਡਾ ਮੰਦਿਰ ਕਹੀਏ, ਰਾਮੇਸ਼ਵਰਮ ਮੰਦਿਰ ਸਾਊਥ ਦੇ ਵਿੱਚ ਤਮਿਲਨਾਡੂ ਦੇ ਵਿੱਚ ਕਹਿ ਸਕੀਏ, ਸਾਡੇ ਕੋਲ ਇਹੋ ਜਿਹੇ 40 ਤੋਂ 50 ਅਦਾਰੇ ਨੇ ਜਿਹੜੇ ਦੇਸ਼ ਨੂੰ ਇਸ ਸੰਕਟ ਚੋਂ ਕੱਢ ਸਕਦੇ ਹੈ। ਵਰਲਡ ਓਵਰ $9 ਟ੍ਰਿਲੀਅਨ ਦਾ ਨੁਕਸਾਨ ਹੋਣਾ, ਉਸ ਹਿਸਾਬ ਨਾਲ ਇੰਡੀਆ ਹਜੇ ਥੱਲੇ ਹੈ। ਪੰਜਾਬ ਰਿਕਵਰ ਕਰ ਸਕਦਾ ਹੈ।
ਇਸ ਵੇਲੇ ਅਸੀਂ ਪਾਰਟੀ ਦੇ ਨਾਲ ਨਾ ਚੱਲਦੇ ਹੋਏ ਸਾਰੇ ਇਕੱਠੇ ਹੋ ਕੇ ਇੱਕ ਗੱਲ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, SGPC ਨੇ ਇੱਕ ਥਾਂ ਤੇ ਲੀਡ ਲਈ ਹੈ, ਇਸ ਵੇਲੇ ਤਾਂ ਸਾਰਿਆਂ ਤੋਂ ਉੱਪਰ ਉੱਠ ਕੇ ਤੁਸੀਂ ਇਹ ਕਹੋ ਅਸੀਂ ਦਿੰਦੇ ਹਾਂ। ਅਸੀਂ ਕਿਉਂ, ਕਿਸੇ ਗੱਲ ਦੀ ਗੁਰੂ ਘਰ ਦੇ ਵਿੱਚ ਘਾਟ ਨਹੀਂ ਹੈ। ਔਰ ਜਦੋਂ ਕਦੇ ਵੀ ਕਿਤੇ ਕੋਈ ਤਰਾਸਦੀ ਹੋਈ ਹੈ, ਕਿਤੇ ਵਿਪਤਾ ਹੋਈ ਹੈ, ਜਿਹੜੀ ਸਿੱਖ ਸੰਗਤ ਹੈ, ਜਿਹੜੇ ਸਾਡੇ ਗੁਰਦੁਆਰੇ ਵਾਲੇ ਨੇ, ਆਮ ਸੰਗਤ ਹੈ, ਉਹਨਾਂ ਨੇ ਕਿਸੇ ਨੂੰ ਜੇ ਸਾਹਮਣੇ ਹੈ ਤਾਂ ਭੁੱਖਾ ਨਹੀਂ ਜਾਣ ਦਿੱਤਾ। ਹੁਣ ਇਹ ਹੈ ਜਿਹੜਾ ਇੰਪਲੋਈ ਆਪਣੀ ਮਰਜ਼ੀ ਨਾਲ 1 ਮਹੀਨੇ 2 ਮਹੀਨੇ 3 ਮਹੀਨੇ ਵੱਧ ਤੋਂ ਵੱਧ 1 ਹਫ਼ਤੇ ਦੀ 6 ਦਿਨਾਂ ਦੀ ਤੁਸੀਂ ਤਨਖਾਹ ਲੈ ਸਕਦੇ ਹੋ। ਲੇਕਿਨ ਮੈਂ ਇਹਦੇ ਨਾਲ ਕਹਾਂਗਾ ਜਿਹੜਾ ਟੈਂਪਰੇਰੀ ਹੈ, ਜਿਹੜਾ ਐਡਹੌਕ ਹੈ, ਔਰ ਕੋਈ ਵੀ ਜਿਹੜਾ ਵਰਕਰ ਕਨਫਰਮ ਨਹੀਂ ਹੈ, ਉਹਨਾਂ ਦਾ ਤੁਹਾਨੂੰ ਸੋਚਣਾ ਵੀ ਜਿਹੜਾ ਹੈ ਨਾ, ਉਹ ਇੱਕ ਪਾਪ ਹੈ ਕਿ ਅਸੀਂ ਸੋਚਦੇ ਹਾਂ ਕਿ ਇਹਨਾਂ ਦੀ ਤਨਖਾਹ ਕੱਟ ਲਈ ਜਾਏਗੀ। ਇੱਕ ਪਾਸੇ ਤੁਸੀਂ ਬਿਲਕੁਲ ਠੀਕ ਕਿਹਾ ਕਿ ਅਸੀਂ ਬੋਨਸ ਦੀ ਗੱਲ ਕਰ ਰਹੇ ਸੀ, ਅਸੀਂ ਡਾਕਟਰਾਂ ਨੂੰ ਕਹਿੰਦੇ ਵੀ ਡਾਕਟਰਾਂ ਨੇ 16 ਘੰਟੇ ਕੰਮ ਕੀਤਾ, ਲੇਕਿਨ ਉਹਦੇ ਨਾਲ ਜੇ ਕੋਈ ਡਾਕਟਰ ਚੱਲ ਬਸਿਆ ਤਾਂ ਕੋਈ ਹੋਰ ਵੀ ਚੱਲ ਬਸਿਆ ਕਰੋਨਾ ਦੇ ਨਾਲ, ਤਾਂ ਅਸੀਂ ਉਹਦੇ ਸੰਸਕਾਰ ਲਈ ਵੀ ਜਾਣ ਤੋਂ ਗੁਰੇਜ਼ ਕਰਦੇ ਹਾਂ। ਪੰਜਾਬ ਨੇ ਹਜੇ ਤੱਕ ਬਹੁਤ ਜ਼ਿਆਦਾ ਬਾਕੀਆਂ ਨਾਲੋਂ ਅੱਗੇ ਰੱਖਿਆ ਹੈ, ਇਸੇ ਤਰ੍ਹਾਂ ਰਹੋ। ਲੇਕਿਨ ਜਿਹੜੀ ਕਟਾਈ ਦੀ ਗੱਲ ਹੈ, ਲੋਕਾਂ ਨੂੰ ਆਪਣੇ ਆਪ ਆਫਰ ਕਰਨ ਦਿਓ। ਇਸ ਵੇਲੇ ਟਾਈਮ ਹੈ SGPC ਦੁਨੀਆ ਦੇ ਵਿੱਚ ਆਪਣਾ ਇੱਕ ਨਾਮ ਕਰ ਸਕਦੀ ਹੈ ਕਿ ਜਨਾਬ ਪ੍ਰੋਫੈਸਰ ਤੁਹਾਨੂੰ ਜਿੱਥੇ ਕਾਟ ਪੈਂਦੀ ਹੈ ਉੱਥੇ ਅਸੀਂ ਦੇਣ ਨੂੰ ਤਿਆਰ ਹਾਂ। ਪ੍ਰੈਸ ਸਾਹਿਬ, ਤੁਸੀਂ ਜਿਹੜਾ SGPC ਦਾ ਵਾਰ-ਵਾਰ ਜ਼ਿਕਰ ਕਰ ਰਹੇ ਹੋ, ਪਿਛਲੇ ਦਿਨਾਂ ਦੇ ਵਿੱਚ 98% ਜਿਹੜੀ ਹੈ ਗੋਲਕ 'ਚ ਕਮੀ ਆਈ ਹੈ, ਔਰ ਲੋਕ ਕਿਉਂਕਿ ਗੁਰਦੁਆਰਿਆਂ 'ਚ ਜਾਂਦੇ ਨਹੀਂ, ਜਿੱਥੇ ਇੱਕ ਦਿਨ 'ਚ ਲੱਖਾਂ ਰੁਪਏ ਆਉਂਦੇ ਸੀ ਵਿਸਾਖੀ ਵਾਲੇ ਦਿਨ, ਤੇ ਉੱਥੇ 15-20 ਹਜ਼ਾਰ ਰੁਪਏ ਦੀ ਸਾਰੀ ਗੋਲਕ ਆਈ ਹੈ। SGPC 3 ਲੱਖ ਲੋਕਾਂ ਨੂੰ 3 ਰੀਜਨ ਬਣਾ ਕੇ ਲੰਗਰ ਵੀ ਛਕਾ ਰਿਹਾ। ਉਹ ਤੇ ਵੀ ਮੈਂ SGPC ਦੇ ਪ੍ਰਧਾਨ ਤੁਹਾਡੇ ਵਾਂਗ ਆਏ ਸੀ ਸਾਡੇ ਇਸ ਪ੍ਰੋਗਰਾਮ 'ਚ, ਉਦੋਂ ਵੀ ਗੱਲ ਹੋਈ ਸੀ। ਐਨੀਵੇ, ਮੈਂ ਢੀਂਡਸਾ ਸਾਹਿਬ ਕੁਝ ਕਹਿਣਾ ਵੀ ਚਾਹੁੰਦੇ ਨੇ ਔਰ ਮੈਂ ਪੁੱਛਣਾ ਵੀ ਚਾਹੁੰਦਾ। ਢੀਂਡਸਾ ਸਾਹਿਬ, ਗੱਲ ਇਹ ਹੈ ਕਿ ਤੁਸੀਂ ਜਿਹੜੇ ਇਸ਼ੂਜ਼ ਨੂੰ ਕੀਤਾ ਸੀ, ਇਹ ਆਪਾਂ ਮੰਨ ਲੈਂਦੇ ਆ। ਪ੍ਰੋਫੈਸਰ ਵਿਨਾਸ਼ ਹੋਰੀ ਵੀ ਕਹਿ ਰਹੇ ਨੇ ਲੀਗਲੀ ਸ਼ਾਇਦ ਨਾ ਕੱਟੀ ਜਾਵੇ, ਲੇਕਿਨ ਮਾਨਸਾਹੀਆ ਸਾਹਿਬ ਨੇ ਜਿਹੜੀ ਐਗਜ਼ਾਮਪਲ ਦਿੱਤੀ, ਫਰਵਰੀ 'ਚ ਨੇ ਜਦੋਂ ਸਭ ਤੋਂ ਪਹਿਲਾਂ ਤੇਲੰਗਾਨਾ ਦਾ ਮੁੱਖ ਮੰਤਰੀ ਸੀ, ਤੇ ਉਸ ਵੇਲੇ ਲੈ ਕੇ ਸਫਾਈ ਕਰਮਚਾਰੀਆਂ ਤੱਕ 10% ਦੀ ਕਟੌਤੀ ਉੱਥੇ ਲੱਗੀ। ਉਹ ਕਿਵੇਂ ਲੱਗੀ ਇਹ ਬਾਅਦ ਦੀ ਗੱਲ ਹੈ। ਜਿਵੇਂ ਸਾਡੀ ਸੈਂਟਰ ਦੀ ਕੈਬਨਿਟ ਨੇ MP ਫੰਡ ਖਤਮ ਕਰਤਾ, ਜਾਂ ਉਹਨਾਂ ਦੇ ਜੋ ਉਹਨਾਂ ਨੇ ਤਰੀਕੇ ਵਰਤੇ, ਬੜਾ ਕੁਛ ਉੱਥੇ ਚੱਲ ਰਿਹਾ ਹੈ। ਨਵਾਂ PM ਫੰਡ ਵੀ ਬਣ ਗਿਆ, ਉਹ ਤੇ ਕਦੇ ਫਿਰ ਚਰਚਾ ਕਰਾਂਗੇ। ਲੇਕਿਨ ਢੀਂਡਸਾ ਸਾਹਿਬ, ਤੁਸੀਂ ਕੀ ਸੁਜੈਸਟ ਕਰਦੇ ਹੋ? ਕੀ ਲੱਗਦਾ ਹੈ ਕਿ ਪੰਜਾਬ ਦਾ ਇਹ ਸੰਕਟ ਕਿਸ ਤਰੀਕੇ ਨਾਲ ਇਹਨੂੰ ਅਸੀਂ ਘੱਟ ਕਰ ਸਕਦੇ ਹਾਂ ਜਾਂ ਇਹਦੇ ਚੋਂ ਨਿਕਲ ਸਕਦੇ ਹਾਂ? ਦੇਖੋ, ਮੈਂ ਸਮਝਦਾ ਜੀ ਸਾਹਿਬ 3 ਤਰ੍ਹਾਂ ਦੀ ਕਰ ਦੇਣਾ ਚਾਹੀਦਾ, ਜਿਵੇਂ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਹੈ। ਇੱਕ ਤਾਂ ਉਹ ਲੋਕ ਨੇ ਮੈਡੀਕਲ ਸਟਾਫ, ਪੈਰਾਮੈਡੀਕਲ ਸਟਾਫ, ਤੇ ਜਿਹੜੇ ਸਫਾਈ ਕਰਮਚਾਰੀ ਇਸ ਜੰਗ ਦੇ ਵਿੱਚ ਮੂਹਰੇ ਹੋ ਕੇ ਲੜ ਰਹੇ ਨੇ ਜੀ, ਤੇ ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮ ਵੀ ਨੇ ਜਿਹੜੇ ਅੱਗੇ ਹੋ ਕੇ ਲੜ ਰਹੇ ਨੇ। ਉਹਨਾਂ ਦੀ ਤਨਖਾਹ ਕੱਟਣ ਦੀ ਬਜਾਏ ਉਹਨਾਂ ਨੂੰ, ਮੈਂ ਸਮਝਦਾ, ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਕੁਛ ਨਾ ਕੁਛ ਬੋਨਸ, ਜਿੰਨੀ ਵੀ ਸਰਕਾਰ ਦੀ ਆਰਥਿਕ ਜਿਹੜੇ ਹਾਲਾਤ ਇਜਾਜ਼ਤ ਦਿੰਦੇ ਨੇ, ਉਹਨਾਂ ਨੂੰ ਜ਼ਰੂਰ ਸਰਕਾਰ ਨੂੰ ਅਨਾਉਂਸ ਕਰਨਾ ਚਾਹੀਦਾ। ਹਰਿਆਣਾ ਨੇ ਤਾਂ ਡਬਲ ਕਰਤੀ ਤਨਖਾਹ ਜਿਹੜਾ ਮੈਡੀਕਲ ਸਟਾਫ ਦੀ, ਪਰ ਮੈਂ ਸਮਝਦਾ ਪੰਜਾਬ ਦੇ ਵਿੱਚ, ਪੰਜਾਬ 'ਚ ਉਨੀ ਗੁੰਜਾਇਸ਼ ਨਹੀਂ, ਉਹਨਾਂ ਨੂੰ ਕੁਛ ਨਾ ਕੁਛ ਜ਼ਰੂਰ ਦੇਣਾ ਚਾਹੀਦਾ। ਦੂਜਾ ਹੈ, ਜਿਹੜੇ ਸਰਕਾਰੀ ਦੂਜੇ ਮੁਲਾਜ਼ਮ ਨੇ, ਉਹਨਾਂ ਨੂੰ ਖੁਦ ਬ ਖੁਦ ਜਿੰਨਾ ਕੁ ਖੁਦ ਆਪ ਕਟੌਤੀ ਆਪਦੀ ਤਨਖਾਹ ਦੇ ਵਿੱਚ ਐਕਸੈਪਟ ਕਰਦੇ ਨੇ, ਉਹਨਾਂ ਨੂੰ ਕਟੌਤੀ ਕਰ ਦੇਣੀ ਚਾਹੀਦੀ ਹੈ। ਉਹ ਖੁਦ ਬ ਖੁਦ ਅੱਗੇ ਆ ਕੇ ਉਹ ਆਪਦੀ ਤਨਖਾਹ ਵਿੱਚ ਕਟੌਤੀ ਲੈਣ। ਜਿਨ੍ਹਾਂ ਕੋਲ ਗੁੰਜਾਇਸ਼ ਹੈ, ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਜੰਗ ਦੇ ਵਿੱਚ ਹਿੱਸਾ ਬਣਨਾ ਚਾਹੁੰਦੇ ਨੇ, ਮੈਂ ਸਮਝਦਾ ਆਪਦੀ ਤਨਖਾਹ ਦੇਣੀ, ਤਨਖਾਹ ਦੀ ਕਟੌਤੀ ਕਰਨੀ ਵੀ ਉਸਦਾ ਇੱਕ ਹਿੱਸਾ ਬਣਨ ਦੀ ਗੱਲ ਹੀ ਹੁੰਦੀ ਹੈ। ਤੇ ਤੀਜਾ, ਜਿਹੜੇ ਨੇ, ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਜਿਹੜੇ ਕੰਟਰੈਕਚੁਅਲ ਸਟਾਫ ਨੇ, ਜਿਹੜੇ ਵਿਚਾਰੇ ਬੜੇ ਬਹੁਤ ਥੋੜ੍ਹੀਆਂ ਤਨਖਾਹ ਤੇ ਕੰਮ ਕਰ ਰਹੇ ਨੇ, ਉਹਨਾਂ ਦੀਆਂ ਤਨਖਾਹਾਂ ਨੂੰ ਬਿਲਕੁਲ ਸਰਕਾਰ ਨੂੰ ਨਹੀਂ ਛੇੜਨਾ ਚਾਹੀਦਾ।
ਤੇ ਚੌਥੀ ਜਿਹੜੀ ਗੱਲ ਮੈਂ ਹੋਰ ਕਹਾਂਗਾ, ਜਿਹੜੀ ਪੋਲੀਟੀਕਲ ਬੰਦਿਆਂ ਦੀ ਆਪਾਂ ਗੱਲ ਕੀਤੀ ਹੈ, ਇਸ 'ਚ ਕੋਈ ਦੋ ਰਾਏ ਨਹੀਂ ਵੀ ਜਦ ਤੱਕ ਪੋਲੀਟੀਕਲ ਬੰਦੇ ਅੱਗੇ ਆ ਕੇ ਆਪ ਨਹੀਂ ਫੈਸਲਾ ਕਰਨਗੇ ਤਾਂ ਉਹਨਾਂ ਚਿਰ ਅਸੀਂ ਦੂਜੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਜਿਹੜਾ ਪ੍ਰੇਰਨਾ ਨਹੀਂ ਦੇ ਸਕਦੇ। ਮੈਂ ਬਾਕੀਆਂ ਦਾ ਤਾਂ ਮੈਂ ਕੋਈ ਟਿੱਪਣੀ ਕਰਨਾ ਨਹੀਂ ਚਾਹੁੰਦਾ, ਦੇਖੋ ਹਰ ਬੰਦੇ ਦੀ ਆਪਦੀ ਉਹ ਹੁੰਦੀ ਹੈ। ਮੈਂ ਆਪਦੇ ਵੱਲੋਂ ਪਹਿਲਾਂ ਹੀ ਕਹਿ ਚੁੱਕੇ ਹਾਂ ਵੀ ਜਿੰਨਾ ਚਿਰ ਇਹ ਕਰੋਨਾ ਦਾ ਪ੍ਰਕੋਪ ਚੱਲੇਗਾ, ਮੇਰੀ ਸਾਰੀ ਤਨਖਾਹ ਤੇ ਮੇਰੇ ਸਾਰੇ ਭੱਤੇ ਉਹ ਮੈਂ ਚੀਫ ਮਿਨਿਸਟਰ ਰਿਲੀਫ ਫੰਡ ਵਿੱਚ ਦੇਵਾਂਗਾ। ਤੇ ਤਕਰੀਬਨ ਸਾਡੀ ਐਮਐਲਏ ਦੀ 25,000 ਰੁਪਏ ਤਨਖਾਹ ਹੈ ਤੇ 53,000 ਕੁਛ ਸਾਡਾ ਭੱਤਾ ਹੁੰਦਾ ਹੈ। ਉਹ ਮੈਂ ਅਪ੍ਰੈਲ ਦੇ ਮਹੀਨੇ ਦੇ ਆਲਰੇਡੀ ਚੈੱਕ ਜਿਹੜਾ ਭੇਜ ਚੁੱਕੇ ਹਾਂ। ਸੋ ਇਸੇ ਤਰ੍ਹਾਂ ਹੋਰ ਵੀ ਐਮਐਲਏ ਸਾਹਿਬਾਨ ਨੇ, ਕਈਆਂ ਨੇ, 4-5 ਨੇ ਇਹ ਐਲਾਨ ਕੀਤਾ ਤੇ ਹੋਰ ਵੀ ਆਉਣ ਵਾਲੇ ਸਮੇਂ 'ਚ ਮੈਨੂੰ ਪੂਰੀ ਉਮੀਦ ਹੈ ਵੀ ਹੋਰ ਵੀ ਅੱਗੇ ਆਉਣਗੇ। ਤੇ ਉਹਦੇ ਨਾਲ ਜਦ ਸਿਆਸੀ ਬੰਦੇ ਇਹ ਪਹਿਲਕਦਮੀ ਕਰਨਗੇ ਤਾਂ ਉਹਦੇ ਨਾਲ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਅਸੀਂ ਘੱਟੋ ਘੱਟ ਰਿਕੁਐਸਟ ਕਰਨ ਜੋਗੇ ਹੋ ਜਾਂਦੇ ਆ ਵੀ ਜੀ ਅਸੀਂ ਇਹ ਇੱਕ ਸ਼ੁਰੂਆਤ ਕੀਤੀ ਵੀ ਤੁਸੀਂ ਵੀ ਜਿਹੜਾ ਹੈ ਇਹ ਕਰੋ। ਤੇ ਵੈਸੇ ਪੋਲੀਟੀਕਲ ਬੰਦਿਆਂ ਦਾ ਮੈਂ ਸਮਝਦਾ ਅਸੀਂ ਸਾਰੀ ਪੋਲੀਟੀਕਲ ਹੈ, ਚਾਹੇ ਕੁਝ ਕਰਦਾ ਵੀ ਹੈ ਉਹਦੀ ਨੁਕਤਾਚੀਨੀ ਵੱਧ ਹੁੰਦੀ ਹੈ। ਸਾਡੇ ਸਾਰੇ ਤਕਰੀਬਨ ਸਾਰੇ ਪੋਲੀਟੀਕਲ ਜਿਹੜੇ ਲੋਕ ਨੇ ਉਹ ਆਪਦੇ ਹਲਕਿਆਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿੰਨਾ ਵੀ ਉਹ ਲੋਕਾਂ ਦੇ ਕੰਮ ਆ ਸਕਦੇ ਨੇ ਉਹ ਆਉਣ ਦਾ ਯਤਨ ਕਰ ਰਹੇ ਨੇ। ਸੋ ਇਹ ਗੱਲ ਨਹੀਂ ਵੀ ਪੋਲੀਟੀਕਲ ਬੰਦੇ ਸਿਰਫ ਜਿਹੜਾ ਹੈ ਗੱਲਾਂ ਕਹਿਣ ਨੂੰ ਉਹ ਨੇ, ਅਸੀਂ ਸਾਰੇ ਆਪਦੇ ਵੱਲੋਂ ਮੈਂ ਸਮਝਦਾ ਲੜਾਈ ਦੇ ਵਿੱਚ ਸਭ ਨੂੰ ਆਪਦਾ ਜਿੰਨਾ ਵੀ ਯੋਗਦਾਨ ਪਾ ਸਕਦੇ ਆ ਉਹ ਪਾਉਣਾ ਚਾਹੀਦਾ। ਤੇ ਜਿੱਥੋਂ ਤੱਕ ਆਰਥਿਕ ਅੱਗੇ ਭਵਿੱਖ ਦੀ ਗੱਲ ਹੈ ਤੇ ਉਹ ਮੇਰਾ ਪੂਰਾ ਮੰਨਣਾ ਹੈ ਵੀ ਇਹ ਸੰਕਟ ਸਾਲ ਕੇ ਦਾ ਜ਼ਰੂਰ ਅਸਰ ਰਹੇਗਾ, ਪਰ ਹਿੰਦੁਸਤਾਨ ਦੀ ਇਕਨੋਮੀ ਮੈਂ ਮਹਿਸੂਸ ਕਰਦਾ ਵੀ ਸਾਲ ਤੋਂ ਬਾਅਦ ਇਹਦੇ 'ਚ ਬਾਉਂਸ ਬੈਕ ਕਰਕੇ ਨਿਕਲੇਗੀ। ਅਤੇ ਲੌਂਗ ਟਰਮ ਲਈ ਮੇਰਾ ਇਹ ਵੀ ਮੰਨਣਾ ਹੈ ਕਿ ਇਸ ਦਾ ਹਿੰਦੁਸਤਾਨ ਦੀ ਜਿਹੜੀ ਇਕਨੋਮੀ ਹੈ ਉਹ ਤਗੜੀ ਹੋਏਗੀ, ਕਿਉਂਕਿ ਜਿਵੇਂ ਲੋਕਾਂ ਦਾ ਚਾਈਨਾ ਦੇ ਵਿੱਚ ਭਰੋਸਾ ਖਤਮ ਹੋਇਆ ਇਹਨਾਂ ਤੋਂ ਬਾਅਦ, ਤੇ ਉਹਦੇ ਨਾਲ ਹਿੰਦੁਸਤਾਨ ਨੂੰ ਜ਼ਰੂਰ ਕੁਛ ਨਾ ਕੁਛ ਆਉਣ ਵਾਲੇ ਸਮੇਂ 'ਚ ਫਾਇਦਾ ਮਿਲੇਗਾ। ਪਰ ਇੱਕ ਮਹਿਸੂਸ ਕਰਦਾ ਵੀ ਬੜਾ ਕਠਿਨ ਹੋਏਗਾ, ਇੱਕ ਸਾਲ ਬੜਾ ਕਠਿਨ ਹੋਏਗਾ। ਜੀ ਢੀਂਡਸਾ ਸਾਹਿਬ, ਤੁਹਾਡਾ ਤੁਸੀਂ ਜਿਹੜੀ ਆਸ ਪ੍ਰਗਟਾਈ ਹੈ ਕਿ ਹਾਲ ਦੀ ਘੜੀ ਤਾਂ ਉਲਟ ਹੋ ਰਿਹਾ ਹੈ, ਜੇ ਚਾਈਨਾ ਤਕੜਾ ਹੋ ਰਿਹਾ ਹੈ, ਜਿਸ ਤਰੀਕੇ ਨਾਲ ਸ਼ੇਅਰ ਮਾਰਕੀਟ ਡਾਊਨ ਹੋਈ ਸੀ, ਸਭ ਤੋਂ ਜ਼ਿਆਦਾ ਸ਼ੇਅਰ ਚਾਈਨਾ ਖਰੀਦ ਰਿਹਾ ਹੈ। ਇਹ ਇੱਕ ਚਲੋ ਇੱਕ ਇੰਟਰਨੈਸ਼ਨਲ ਇਸ਼ੂ ਹੈ ਤੇ ਫਿਰ ਕਦੇ ਗੱਲ ਹੋ ਸਕਦੀ ਹੈ, ਲੇਕਿਨ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਇਹ ਛੋਟੇ ਛੋਟੇ ਜਿਹੜੇ ਕੱਟ ਨੇ ਇਹਨਾਂ ਨਾਲ ਵੀ ਕਾਫੀ ਜਿਹੜਾ ਹੈ ਹੌਸਲਾ ਮਿਲਦਾ ਹੈ ਔਰ ਜਿਹੜੀ ਵਿੱਤੀ ਹਾਲਤ ਹੈ ਥੋੜਾ ਬਹੁਤਾ ਉਸ 'ਚ ਸੁਧਰਨ ਦਾ ਉਹਨੂੰ ਮੌਕਾ ਮਿਲਦਾ ਹੈ। ਤੇ ਜਿਸ ਤਰ੍ਹਾਂ ਢੀਂਡਸਾ ਸਾਹਿਬ ਨੇ ਕਿਹਾ ਕਿ ਭੱਤੇ ਵੀ ਦੇਣੇ, ਇਹ ਗੱਲ ਬੜੀ ਅਜੀਬ ਹੈ। ਜਦੋਂ ਅਸੀਂ ਕਹਿੰਦੇ ਕਿ ਤਨਖਾਹ ਘਟਾਉਣੀ ਹੈ, ਲੇਕਿਨ MP ਔਰ MLAs ਨੂੰ ਜਿਹੜੇ ਉਹਨਾਂ ਦੇ ਅਲਾਉਂਸਸ ਨੇ, ਜਿਹੜੇ ਭੱਤੇ ਮਿਲਦੇ ਨੇ, ਉਹ ਵੀ ਨਾਲ ਹੋਣੇ ਚਾਹੀਦੇ ਨੇ। ਨਹੀਂ ਤਾਂ ਫਿਰ ਇੱਕ ਬੜਾ ਅਜੀਬ ਜਿਹਾ ਲੱਗਦਾ ਕਿ ਤੁਸੀਂ ਜਿਹੜੀ ਤਨਖਾਹ ਹੈ ਉਹ ਕੱਲੀ ਦੇ ਕੇ ਤੇ ਬਾਕੀ ਭੱਤੇ ਉਦੋਂ ਕਿਤੇ ਜ਼ਿਆਦਾ ਹੁੰਦੇ ਨੇ, ਉਹਨਾਂ ਦਾ ਜ਼ਿਕਰ ਬਹੁਤ ਵਾਰ ਨਹੀਂ ਕੀਤਾ ਜਾਂਦਾ। ਬਰਾੜ ਸਾਹਿਬ ਨੇ ਜਿਹੜਾ ਇਸ਼ੂ ਉਠਾਇਆ ਪੈਨਸ਼ਨਾਂ ਦਾ, ਜਾਂ ਲੋਕ ਅੱਗੇ ਆਉਣ, ਪੋਲੀਟੀਕਲ ਲੋਕ ਅੱਗੇ ਆਉਣ, ਇਹ ਤੇ ਗੱਲ ਹੋਰ ਕਰਨੀ ਬਣਦੀ ਹੈ। ਇਸ ਬ੍ਰੇਕ ਤੋਂ ਬਾਅਦ ਆਪਾਂ ਚਰਨਜੀਤ ਸਿੰਘ ਬਰਾੜ ਹੋਰਾਂ ਕੋਲ ਜਾਵਾਂਗੇ। ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਬਰਾੜ ਸਾਹਿਬ ਕੋਲ ਅਸੀਂ ਇਹ ਗੱਲ ਕਰਨੀ ਹੈ, ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਣੀ ਚਾਹੁੰਦਾ ਹੈ। ਸਾਰੇ ਤੁਸੀਂ ਦਰਸ਼ਕ ਸਾਡੇ ਨਾਲ ਜੁੜੇ ਹੋਏ ਹੋ, ਚਰਚਾ ਪ੍ਰੋਗਰਾਮ ਡੇਲੀ ਦੇਖਦੇ ਹੋ, ਖਬਰ ਤੇ ਨਜ਼ਰ ਤੁਸੀਂ ਦੇਖਦੇ ਹੋ, ਤੁਹਾਨੂੰ ਅਸੀਂ ਕਈ ਵਾਰ ਦੱਸਦੇ ਵੀ ਹਾਂ ਕਿ ਇਹ ਪ੍ਰੋਗਰਾਮ ਬਾਕੀ ਨਾਲੋਂ ਕਿਵੇਂ ਵੱਖਰਾ ਹੈ। ਅਸੀਂ ਕੋਈ ਉਸ ਕਿਸਮ ਦੀ ਬਹਿਸ ਜਾਂ ਕੋਈ TRP ਦਾ ਕੋਈ ਸਾਡੇ ਚੱਕਰ ਨਹੀਂ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਇਸ ਮਾਧਿਅਮ ਰਾਹੀਂ ਅਸੀਂ ਸਰਕਾਰ ਨੂੰ ਕੁਝ ਠੋਸ ਸੁਝਾਅ ਦੇਈਏ ਜਾਂ ਉਹਨਾਂ ਨੂੰ ਨੀਤੀ ਬਣਾਉਣ 'ਚ ਜਿਹੜੀ ਮਦਦ ਮਿਲੇ। ਸਾਡੇ ਜਿਹੜੇ ਇੱਥੇ ਇੰਟਲੈਕਚੁਅਲ ਆਉਂਦੇ ਨੇ, ਇੱਥੇ ਬੁੱਧੀਜੀਵੀ ਦੇ ਨਾਲ ਨਾਲ ਜਿਹੜੇ ਪੋਲੀਟੀਕਲ ਬਹਿਸ ਵੀ ਜੇ ਕਦੇ ਹੁੰਦੀ ਹੈ ਉਹ ਵੀ ਅਸਾਰੂ ਕਿਸਮ ਦੀ ਹੁੰਦੀ ਹੈ। ਤਾਂ ਅਸੀਂ ਆਸ ਕਰਦੇ ਹਾਂ ਇਸ ਪਾਰਟ ਦੇ ਵਿੱਚ ਅਸੀਂ ਸਰਕਾਰ ਨੂੰ ਕੁਝ ਐਸੇ ਸੁਝਾਅ ਦੇਵਾਂਗੇ ਜਿਹਦੇ ਨਾਲ ਜਿਹੜਾ ਹੈ ਸਾਡੇ ਸੂਬੇ ਨੂੰ ਫਾਇਦਾ ਹੋਏਗਾ ਜਾਂ ਉਸ ਤੇ ਉਹ ਸੋਚ ਵਿਚਾਰ ਕਰ ਸਕਦੇ ਨੇ। ਬਰਾੜ ਸਾਹਿਬ, ਕੀ ਲੱਗਦਾ ਤੁਹਾਨੂੰ? ਤੁਸੀਂ ਤੁਹਾਡਾ ਜਿਹੜਾ ਪੈਨਸ਼ਨ ਵਾਲਾ ਸੁਝਾਅ ਕਿ ਪੈਨਸ਼ਨਾਂ ਤੇ ਕੱਟ ਜਿਹੜੇ ਜ਼ਿਆਦਾ ਪੈਨਸ਼ਨਾਂ ਲੈ ਰਹੇ ਨੇ ਜਾਂ ਹੋਰ ਕਈ ਕਿਸਮ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ, ਕੀ ਸੋਚਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦੇ ਤੌਰ ਤੇ ਨਿੱਜੀ ਤੌਰ ਤੇ? ਬੇਨਤੀ ਕਰੂੰਗਾ ਸਰਕਾਰ ਨੂੰ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ, ਹਲੇ ਵੀ ਬਹੁਤ ਸਾਰੇ ਮੁਲਾਜ਼ਮਾਂ ਦੀ ਤਨਖਾਹ ਜਿਹੜੀ ਆ ਅੱਧਾ ਮਹੀਨੇ ਤੋਂ ਉੱਪਰ ਹੋ ਗਿਆ ਜਿਹੜੀ ਉਹ ਨਹੀਂ ਮਿਲੀ। ਕਿਰਪਾ ਕਰਕੇ ਹਰ ਹਾਲਤ ਦੇ ਵਿੱਚ ਕਿਵੇਂ ਵੀ ਔਖੇ ਸੌਖੇ ਜਾਂ ਜੋ ਵੀ ਹਾਲਾਤ ਹੈ, ਇਹ ਸਰਕਾਰ ਬਿਹਤਰ ਜਾਣਦੀ ਹੈ ਕਿ ਤੁਰੰਤ ਜਿਹੜੀ ਖਾਸ ਕਰਕੇ ਪੁਲਿਸ ਮਹਿਕਮੇ 'ਚ ਵੀ ਪੂਰੀ ਤਨਖਾਹ ਜਿਹੜੀ ਹੈ ਮਿਲੀ ਨਹੀਂ ਹੈ।
ਜਿਵੇਂ ਆਪਾਂ ਸਾਰੇ ਚਿੰਤਤ ਹੈ ਕਿ ਇਹਨਾਂ ਨੂੰ ਤਨਖਾਹ ਹਰਿਆਣੇ ਵਾਂਗੂ ਡਬਲ ਜਾਂ ਕੋਈ ਇਨਸੈਂਟਿਵ ਮਿਲਣਾ ਚਾਹੀਦਾ ਜਿਹੜੇ ਫਰੰਟ ਰਨਰ ਨੇ, ਤਾਂ ਉਹਨਾਂ ਨੂੰ ਹਲੇ ਤਨਖਾਹ ਹੀ ਨਹੀਂ ਮਿਲੀ ਤੇ ਤੁਸੀਂ ਅੰਦਾਜ਼ਾ ਲਾਓ ਕਿ ਕੀ ਹਾਲਾਤ ਨੇ। ਪਹਿਲੀ ਬੇਨਤੀ ਤਾਂ ਮੇਰੀ ਇਹ ਹੈ। ਦੂਜੀ ਮੈਂ ਬੇਨਤੀ ਇਹ ਕਰਾਂ ਕਿ ਜਿਵੇਂ ਮੈਂ ਇਹ ਕਿਹਾ ਕਿ ਸਾਰੇ ਜਿਹੜੇ ਪੋਲੀਟੀਕਲ ਪੋਸਟਸ ਨੇ, ਭਾਵੇਂ ਉਹਦੇ ਚ ਐਮਐਲਏ ਐਮਪੀ ਜਾਂ ਦੂਸਰਾ ਤੁਹਾਡੇ ਐਮਪੀ ਦੀ ਤਾਂ ਚਲੋ ਸੈਂਟਰ ਨੇ ਤੈਅ ਕਰਨੀ ਹੈ, ਪਰ ਚੇਅਰਮੈਨ ਲੱਗੇ ਹੋਏ ਨੇ, ਇਹਨਾਂ ਸਾਰਿਆਂ ਦੀ ਤਨਖਾਹ ਤੇ ਭੱਤੇ ਜਿਹੜੇ ਆ ਇਹਨਾਂ ਤੇ 50% ਦਾ ਕੱਟ ਜਿਹੜਾ ਹੈ ਆਟੋਮੈਟਿਕਲੀ ਲਾ ਦੇਣਾ ਚਾਹੀਦਾ। ਇਹ ਕਿਉਂਕਿ ਸਰਕਾਰ ਦੇ ਆਪਦੇ ਵਾਸਤੇ ਇੱਕ ਆਰਡੀਨੈਂਸ ਹੀ ਲਿਆਉਣਾ। ਇੱਕ ਗੱਲ, ਇੱਕ ਪੋਲੀਟੀਕਲ ਐਮਐਲਏ ਦੀ ਖਾਸ ਕਰਕੇ ਜਿਹੜੀ ਪੈਨਸ਼ਨ ਹੈ ਉਹਦੀ ਬੜੀ ਚਰਚਾ ਹੁੰਦੀ ਹੈ। ਮੈਂ ਇੱਕ ਵਾਰ ਫੇਰ ਸਪਸ਼ਟ ਕਰ ਦਿਆਂ, ਭਾਵੇਂ 5 ਵਾਰੀ ਐਮਐਲਏ ਬਣਿਆ ਭਾਵੇਂ 8 ਵਾਰੀ ਬਣਿਆ, ਉਹ ਜੇ ਐਮਐਲਏ ਤੋਂ ਲੈ ਗਿਆ ਤੇ ਫਿਰ ਜਿਹੜੀ ਉਹਨੂੰ ਪੈਨਸ਼ਨ 5 ਜਾਂ 8 ਜਾਂ 9 ਵਾਰੀ ਵਾਲੀ ਮਿਲਣੀ ਹੈ। ਜਿਹੜਾ ਬੰਦਾ ਐਮਪੀ ਜਾਂ ਐਮਐਲਏ ਮੌਜੂਦ ਹੈਗਾ ਉਹਨੂੰ ਮੌਕੇ ਦੀ ਤਨਖਾਹ ਤੇ ਮੌਕੇ ਦੇ ਭੱਤੇ ਮਿਲਣੇ, ਉਹਨੂੰ ਫਿਰ ਪੈਨਸ਼ਨ ਨਹੀਂ ਮਿਲਦੀ। ਪਿਛਲਾ ਜਿਵੇਂ ਹੁਣੇ ਤੁਸੀਂ ਬਾਦਲ ਸਾਹਿਬ ਦਾ ਜ਼ਿਕਰ ਕੀਤਾ ਸੀ ਕਿ ਉਹ ਕੋਈ ਬਾਦਲ ਸਾਹਿਬ ਨੂੰ ਪੈਨਸ਼ਨ ਨਹੀਂ ਮਿਲਦੀ, ਮੌਜੂਦਾ ਐਮਐਲਏ ਦੀ ਤਨਖਾਹ ਮਿਲਦੀ ਹੈ। ਇੱਕ ਤਾਂ ਮੈਂ ਸਪਸ਼ਟ ਕਰ ਦਿਆਂ ਕਿਉਂਕਿ ਆਮ ਕਰਕੇ ਲੀਡਰਾਂ ਦੇ ਪ੍ਰਤੀ ਇਹ ਬੜੀ ਗਲਤ ਧਾਰਨਾ ਪਾਈ ਜਾਂਦੀ ਹੈ। ਔਰ ਦੂਜੀ ਗੱਲ, ਕੋਈ ਵਕਤ ਹੁੰਦਾ ਜੇ ਦੇਸ਼ ਦੇ ਵਿੱਚ ਵਰਲਡ ਦੇ ਵਿੱਚ ਸਾਰਿਆਂ ਤੇ ਵਕਤ ਪਿਆ ਹੈ, ਅੱਜ ਸਰਕਾਰ ਕੋਲੇ ਮੌਕਾ ਹੈ, ਸੁਧਾਰ ਦੇਣਾ ਚਾਹੀਦਾ ਹੈ। ਇੱਕੋ ਪੈਨਸ਼ਨ ਲੱਗਣੀ ਚਾਹੀਦੀ ਹੈ। ਇੱਕ ਵਾਰੀ ਐਮਐਲਏ ਬਣ ਗਿਆ ਭਾਵੇਂ ਉਹ 5 ਵਾਰੀ ਬਣ ਗਿਆ, ਪੈਨਸ਼ਨ ਇੱਕ ਹੀ ਹੋਣੀ ਚਾਹੀਦੀ ਹੈ। ਮੈਂ ਇਹਦੇ ਨਾਲ ਜਾਤੀ ਤੌਰ ਤੇ ਸਹਿਮਤ ਹੈਗਾ। ਪਾਰਟੀ ਦੇ ਵਿੱਚ ਵੀ ਮੇਰਾ ਖਿਆਲ ਹੈ ਕੋਈ ਇਹਦੇ ਤੇ ਦੋ ਰਾਏ ਨਹੀਂ ਹੋਈ। ਹਰੇਕ ਪੋਲੀਟੀਕਲ ਬੰਦਾ ਇਹਦੇ ਵਿੱਚ ਕ੍ਰਿਟਿਸਿਜ਼ਮ ਹੀ ਜ਼ਿਆਦਾ ਹੁੰਦਾ ਹੈ। ਮਿਲਦੀਆਂ ਮੇਰੇ ਖਿਆਲ ਹੈ ਕਿ ਜ਼ਿਆਦਾਤਰ ਬੰਦੇ ਪੋਲੀਟੀਕਲ ਜਿਹੜੇ ਹੁੰਦੇ ਆ ਅਖੀਰ ਤੱਕ ਜੇ 4 5 6 ਵਾਰੀ ਐਮਐਲਏ ਬਣਦਾ ਕੋਈ, ਤਾਂ ਮੇਰਾ ਖਿਆਲ ਹੈ ਕਿ ਉਹ ਅਖੀਰ ਤੱਕ ਪੋਲਿਟਿਕਸ ਕਰਦਾ ਤੇ ਪਰਮਾਤਮਾ ਇੱਕ ਅੱਧੇ ਵਾਰੀ ਭਾਵੇਂ 19 ਕੀ ਹੋਵੇ ਨਹੀਂ ਤਾਂ ਹਮੇਸ਼ਾ ਪੋਲਿਟਿਕਸ 'ਚ ਰਹਿੰਦਾ ਹੈ। ਇਸ ਕਰਕੇ ਸਭ ਤੋਂ ਪਹਿਲਾਂ ਇਸ ਜਮਾਤ ਨੂੰ ਆਪ ਤੋਂ ਫੈਸਲਾ ਲੈਣਾ ਚਾਹੀਦਾ, ਪਰ ਤੁਰੰਤ ਜਿਹੜੀ ਲੋੜ ਹੈਗੀ ਹੈ ਕਿ ਜਿਹੜੇ ਮੁਲਾਜ਼ਮ ਜਿਹੜੇ ਕੰਮ ਕਰਦੇ ਨੇ ਦੀ ਤਨਖਾਹ ਜਿਹੜੀ ਹੈ ਮਿਲਣੀ ਚਾਹੀਦੀ ਔਰ ਨਹੀਂ ਕੱਟਣੀ ਚਾਹੀਦੀ। ਸਰਕਾਰ ਨੂੰ ਹੋਰ ਤਰੀਕੇ ਦੇ ਵਸੀਲੇ ਜਿਹੜੇ ਹੈਗੇ ਆ ਉਹ ਸਾਰੇ ਤਰ੍ਹਾਂ ਦੇ ਵਸੀਲੇ ਆਪਦੇ, ਮੈਂ ਪਹਿਲਾਂ ਹੀ ਕਿਹਾ ਕਿ ਇਹ ਜਿਵੇਂ ਚਲੋ ਢੀਂਡਸਾ ਸਾਹਿਬ ਨੇ 1 ਸਾਲ ਦਾ ਕਿਹਾ, ਪਰ ਮੈਨੂੰ ਇਹ ਲੱਗਦਾ ਕਿ ਜੇ 3 4 5 ਮਹੀਨੇ ਚੱਲ ਗਿਆ ਜੋ ਕਿ ਸਾਨੂੰ ਹਾਲਾਤ ਲੱਗ ਰਹੇ ਆ ਵਰਲਡ ਦੇ ਵਿੱਚ ਇਹ ਅੱਗੇ ਵਧੇਗਾ, ਤਾਂ ਸਾਨੂੰ ਇਹ 3 4 ਸਾਲ ਦੀ ਜੋ 5 ਸਾਲ ਦੀ ਤੇ 3 ਸਾਲ ਦੀ ਪਲੈਨਿੰਗ ਸਾਨੂੰ ਕਰਕੇ ਚੱਲਣੀ ਚਾਹੀਦੀ ਹੈ। ਔਰ ਘੱਟੋ ਘੱਟ ਉਹਦੇ 3 ਸਾਲ ਦੀ ਪਲੈਨਿੰਗ ਦੇ ਵਿੱਚ ਜਦੋਂ ਇੱਕ ਸਰਕਾਰ ਕੋਲੇ ਰੋਡ ਮੈਪ ਹੋਏਗਾ ਕਿ ਪੋਲੀਟੀਕਲ ਬੰਦੇ ਨੇ ਆਹ ਕੀਤਾ, ਹੁਣ ਬਾਕੀ ਕੀ ਹਿੱਸਾ ਪਾਉਂਦੇ ਤਾਂ ਫਿਰ ਮੇਰਾ ਖਿਆਲ ਸਾਰੇ ਸਹਿਮਤ ਹੋ ਸਕਦੇ। ਪਰ ਤੁਰੰਤ ਜੇ ਸਿੱਧਾ ਹੀ ਆਪਦੀ 3 ਮਹੀਨਿਆਂ ਦੀ ਤਨਖਾਹ ਕੱਲੀ ਜਮ੍ਹਾਂ ਕਰਾ ਕੇ ਕਹਿ ਦੇਣ ਕਿ ਹੁਣ ਮੁਲਾਜ਼ਮਾਂ ਦੀਆਂ ਤਨਖਾਹਾਂ ਕਟਾਉਣ, ਮੇਰੇ ਖਿਆਲ ਨਾ ਇਸ ਤਰ੍ਹਾਂ ਕਿਸੇ ਨੇ ਮੰਨਣਾ ਤੇ ਨਾ ਹੀ ਇਹ ਬਹੁਤੀ ਗੱਲ ਚੰਗੀ ਲੱਗਣੀ। ਜੀ ਜੀ ਇੱਕ ਗੱਲ ਰਹਿ ਗਈ, ਇੱਕ ਗੱਲ ਬੁੱਧਰਾਮ ਜੀ ਦੀ ਰਹਿ ਗਈ, ਵਾਲੀਆ ਸਾਹਿਬ, ਇੱਕ ਬੁੱਧਰਾਮ ਜੀ ਦੀ ਗੱਲ ਰਹਿ ਗਈ ਜਿਹੜੇ ਇਹਨਾਂ ਨੇ ਬਿਜਲੀ ਦੇ ਐਗਰੀਮੈਂਟਾਂ ਦੀ ਗੱਲ ਕੀਤੀ ਹੈ। ਅਸੀਂ ਸਹਿਮਤ ਹਾਂ, ਕਾਂਗਰਸ ਪਾਰਟੀ ਨੇ ਉਹਦਾ ਮੈਨੀਫੈਸਟੋ ਵੀ ਕੀਤਾ ਸੀ ਕਿ ਅਸੀਂ ਇਹਨੂੰ ਰੀਵੈਲੂਏਸ਼ਨ ਕਰਾਂਗੇ ਜਾਂ ਇਹਨੂੰ ਰੀਨੈਗੋਸ਼ੀਏਟ ਕਰਾਂਗੇ। ਮੈਂ ਇੱਕ ਬੇਨਤੀ ਕਰਦਾ ਕਰ ਲੈਣਾ ਚਾਹੀਦਾ ਕਿਉਂਕਿ ਹੋਰ ਵੀ ਜ਼ਰੂਰਤ ਹੈ। ਪਰ ਬੁੱਧਰਾਮ ਜੀ ਮੈਂ ਬੇਨਤੀ ਕਰਦਾ ਕਿ ਇਹ ਵਾਰ ਤੋੜ ਕੇ ਨਵੇਂ ਸਿਰੋਂ ਜ਼ਰੂਰ ਉਹਦੀ ਗਲਤੀ ਨੂੰ ਵੀ ਸੁਧਾਰਨਾ ਚਾਹੀਦਾ ਸਰਕਾਰ ਨੂੰ, ਔਰ ਅੱਜ ਦਾ ਮੌਕਾ ਹੈ ਰੀ ਕਰਨ ਦਾ। ਜੀ ਮੇਰਾ ਖਿਆਲ ਹੈ ਕਿ ਥੋੜੀ ਟੈਕਨੀਕਲ ਪ੍ਰੋਬਲਮ ਆ ਰਹੀ ਹੈ। ਬੁੱਧਰਾਮ ਜੀ, ਜਿਹੜੀ ਗੱਲ ਬਰਾੜ ਸਾਹਿਬ ਨੇ ਕਹੀ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵੀ ਤਿਆਰ ਨੇ, ਚਲੋ ਮੰਨ ਲੈਂਦੇ ਆ ਕਿ ਜਿਹੜੇ ਐਗਰੀਮੈਂਟ ਹੋਏ ਨੇ, ਬਿਜਲੀ ਦੇ ਸਮਝੌਤੇ ਹੋਏ ਨੇ, ਉਹਨਾਂ ਨੂੰ ਇਹ ਜਿਹੜਾ ਹੈ ਰੱਦ ਕੀਤਾ ਜਾਂ ਉਹਨਾਂ ਨੂੰ ਬਦਲਿਆ ਜਾ ਸਕਦਾ। ਇਹ ਗੱਲ ਵੀ ਤੁਹਾਡਾ ਇਹ ਸੁਝਾਅ ਵੀ ਠੀਕ ਹੈ। ਇਹਦੇ ਤੇ ਪਹਿਲਾਂ ਬਹੁਤ ਪੋਲਿਟਿਕਸ ਹੋ ਚੁੱਕੀ ਹੈ ਔਰ ਕੈਪਟਨ ਸਾਹਿਬ ਨੇ ਵਾਈਟ ਪੇਪਰ ਦੀ ਵੀ ਗੱਲ ਕੀਤੀ ਹੈ। ਅੱਜ ਸਾਡਾ ਇਹ ਇਸ਼ੂ ਨਹੀਂ ਬੁੱਧਰਾਮ ਜੀ, ਸਾਡਾ ਇਸ਼ੂ ਇਹ ਹੈ ਕਿ ਇਸ ਸੰਕਟ ਦੇ ਮੌਕੇ ਕੀ ਸਾਨੂੰ ਤਨਖਾਹਾਂ ਲੋਕ ਜਿਹੜੇ ਮੁਲਾਜ਼ਮਾਂ ਦੀਆਂ ਉਹਨਾਂ 'ਚ ਕੋਈ ਕਟੌਤੀ ਕਰਨੀ ਚਾਹੀਦੀ ਹੈ ਜਾਂ ਕਿਸ ਤਰੀਕੇ ਨਾਲ ਇਸ ਸੰਕਟ ਦਾ ਮੁਕਾਬਲਾ ਕਰਨਾ ਚਾਹੀਦਾ। ਅਸੀਂ ਇਸ ਪਾਸੇ ਨੂੰ ਚੱਲੇ ਹਾਂ। ਮੈਂ ਤੁਹਾਡੇ ਤੋਂ ਟਿੱਪਣੀ ਸਿਰਫ ਇਹ ਲੈਣੀ ਹੈ ਕਿ ਜਿਹੜੀ ਗੱਲ ਬਰਾੜ ਸਾਹਿਬ ਨੇ ਕਹੀ ਹੈ ਕਿ ਐਮਐਲਏ ਵੀ ਅੱਗੇ ਆਉਣ, ਉਹ ਆਪਣੀਆਂ ਤਨਖਾਹਾਂ ਦੇ ਬਾਰੇ ਕੁਝ ਜਿਹੜਾ ਹੈ ਅਨਾਉਂਸ ਕਰਨ, ਕੀ ਕਹਿੰਦੀ ਹੈ ਤੁਹਾਡੀ ਪਾਰਟੀ ਇਸ ਬਾਰੇ? ਵਰਗਿਆ ਸਾਹਿਬ, ਗੱਲ ਇਹ ਹੈ ਜੋ ਬਰਾੜ ਸਾਹਿਬ ਨੇ ਗੱਲ ਕੀਤੀ ਹੈ, ਗੱਲ ਇਹ ਹੈ ਵੀ ਜਿਹੜੇ ਦੋ ਤਰ੍ਹਾਂ ਦੇ ਇੱਕ ਮੁਲਾਜ਼ਮ ਤਨਖਾਹ ਲੈ ਰਹੇ ਨੇ, ਇੱਕ ਤਾਂ ਲੈ ਰਹੇ ਨੇ ਸਰਕਾਰੀ ਮੁਲਾਜ਼ਮ, ਇੱਕ ਲੈ ਰਹੇ ਨੇ ਪੋਲੀਟੀਕਲ ਬੰਦੇ। ਸਾਡਾ ਪੋਲੀਟੀਕਲ ਬੰਦੇ ਦਾ ਫਰਜ਼ ਬਣਦਾ ਹੈ ਕਿ ਰੋਟੀ ਸਾਨੂੰ ਚੰਗੀ ਮਿਲਦੀ ਹੈ, ਵਧੀਆ ਮਿਲਦੀ ਹੈ, ਕੋਈ ਪ੍ਰੋਬਲਮ ਨਹੀਂ, ਭੁੱਖਮਰੀ ਦੀ ਪ੍ਰੋਬਲਮ ਨਹੀਂ। ਇਹਨਾਂ ਨੂੰ ਜੋ ਸਰਕਾਰ ਚਾਹੁੰਦੀ ਹੈ, ਜੋ ਸਰਬਸੰਮਤੀ ਬਣਦੀ ਹੈ, ਟੋਟਲ ਪਾਰਟੀ ਮੀਟਿੰਗ ਸੱਦ ਕੇ ਅਸੀਂ ਉਹਦੇ ਨਾਲ ਸਹਿਮਤ ਹਾਂ। ਜਿਹੜੀ ਗੱਲ ਵੱਡੀ ਗੱਲ ਬਣਦੀ ਸੀ ਨਾ ਵੀ ਜਿਹੜੀ ਪੈਨਸ਼ਨ ਦੀ ਗੱਲ ਹੈ, ਅੱਜ ਇੱਕ ਮੁੱਦਾ ਆਮ ਜਨਤਾ ਦਾ ਬਣ ਰਿਹਾ ਹੈ ਕਿ ਬਹੁਤ ਸਾਰੇ ਐਮਐਲਏ ਜਿਹੜੀਆਂ ਪੈਨਸ਼ਨਾਂ ਨੇ ਉਹ ਇੱਕ ਤੋਂ ਵੱਧ ਲੈ ਰਹੇ ਨੇ। ਮੈਂ ਤੁਹਾਡੇ ਜਾਣਕਾਰੀ ਹਿੱਤ ਦੇ ਰਿਹਾ
ਕਿ 147 ਐਮਐਲਏ ਇੱਕ ਪੈਨਸ਼ਨ ਲੈ ਰਹੇ ਨੇ, 65 ਐਮਐਲਏ ਦੋ ਪੈਨਸ਼ਨਾਂ ਲੈ ਰਹੇ ਨੇ, 41 ਐਮਐਲਏ ਤਿੰਨ ਪੈਨਸ਼ਨਾਂ ਲੈ ਰਹੇ ਨੇ, 12 ਐਮਐਲਏ ਚਾਰ ਪੈਨਸ਼ਨਾਂ ਲੈ ਰਹੇ ਨੇ, 4 ਐਮਐਲਏ ਪੰਜ ਪੈਨਸ਼ਨਾਂ ਲੈ ਰਹੇ ਨੇ ਤੇ 2 ਐਮਐਲਏ 6 ਪੈਨਸ਼ਨ ਲੈ ਰਹੇ ਨੇ। ਅੱਜ ਦੀ ਇਹ ਹਾਲਤ ਤਾਂ ਕਹਿੰਦੇ ਮੌਜੂਦਾ ਪੈਨਸ਼ਨਾਂ ਇੱਕ ਬੁੱਧਰਾਮ ਜੀ ਮੈਂ ਕਹਿੰਦਾ ਵੀ ਮੈਨੂੰ ਪਤਾ ਨਹੀਂ ਸੀ, ਬੁੱਧਰਾਮ ਜੀ ਮੈਨੂੰ ਨਹੀਂ ਪਤਾ ਸੀ। ਇਹ ਕਹਦੇ ਬਰਾੜ ਸਾਹਿਬ ਕਹਿੰਦੇ ਬਾਦਲ ਇਹ ਬਾਦਲ ਸਾਹਿਬ ਤੋਂ ਬਿਨਾਂ ਬਾਦਲ ਸਾਹਿਬ ਤੋਂ ਬਿਨਾਂ ਦੀ ਗੱਲ ਕਰਦਾ ਮੈਂ। ਬਾਦਲ ਸਾਹਿਬ ਜਿਹੜੀ ਹੁਣ ਪੈਨਸ਼ਨਾਂ ਲੈ ਰਹੇ ਨੇ ਖਜ਼ਾਨੇ ਵਿੱਚੋਂ, ਮੈਂ ਉਹ ਗੱਲ ਕਰਦਾ ਜੀ ਬਾਦਲ ਹੀ ਹੈ ਵਿੱਚ, ਉਹਨਾਂ ਦੀ ਗੱਲ ਕਰ ਰਹੇ ਉਹ ਚ ਬਾਦਲ ਤੋਂ ਬਿਨਾਂ। ਮੇਰਾ ਕਹਿਣ ਦਾ ਮਤਲਬ ਹੈ ਵੀ ਸਭ ਤੋਂ ਵੱਡੀ ਗੱਲ ਹੈ ਵੀ ਮੈਂ ਆਪਣਾ ਨਿੱਜੀ ਵਿਚਾਰ ਵੀ ਹੈ, ਇਸ ਤੋਂ ਬਾਅਦ ਕੋਈ ਮੌਕਾ ਰੱਖਿਆ ਪੈਨਸ਼ਨ ਨਹੀਂ ਲੈਂਦੇ, ਇਸ ਗੱਲ ਨੂੰ ਡਬਲ ਨਾ ਕਰੋ ਆਪਾਂ। ਮੈਂ ਤਾਂ ਪਹਿਲਾਂ ਕਿਹਾ ਜੀ, ਮੈਂ ਤਾਂ ਪਹਿਲਾਂ ਕਿ ਬਾਦਲ ਤੋਂ ਬਿਨਾਂ ਗੱਲ ਹੋਈ ਹੈ ਜੀ। ਬਰਾੜ ਸਾਹਿਬ ਮੈਂ ਤਾਂ ਪਹਿਲਾਂ ਕਹਿ ਰਿਹਾ ਵੀ ਮੈਂ ਕਹਿੰਦਾ, ਮੈਂ ਤੁਹਾਨੂੰ ਕਹਿਦਾ ਰੱਖਿਆ ਵੀ ਆਹ ਜੀ ਡਿਮੋਕ੍ਰੇਸੀ ਮੈਂ ਬਾਦਲ ਲੈ ਨਹੀਂ ਸਕਦੇ ਤਾਂ ਯਾਰ ਮੈਂ ਤਾਂ ਇਹੀ ਗੱਲ ਕਹਿ ਰਿਹਾ ਬਰਾੜ ਸਾਹਿਬ ਵੀ ਇਹ ਤੋਂ ਬਿਨਾਂ ਆ ਅੱਜ ਮੌਜੂਦਾ ਸਥਿਤੀ ਇਹ ਹੈ ਜੋ ਮੈਂ ਦੇਖਿਆ ਉਹਦੇ ਵਿੱਚੋਂ। ਮੈਂ ਕਹਿੰਦਾ ਵੀ ਇੱਕ ਦਾ ਪੈਨਸ਼ਨ ਇੱਕ ਹੋਣੀ ਚਾਹੀਦੀ ਹੈ, ਇਹ ਮੇਰਾ ਨਿੱਜੀ ਰਹੇ ਵੀ ਹੈ। ਇਸ ਤੋਂ ਬਾਅਦ ਕਿਉਂਕਿ ਸੰਕਟ ਦਾ ਮੌਕਾ ਹੈ, ਬਹੁਤ ਸਾਰੀਆਂ ਗੱਲਾਂ ਹੁਣ ਇਸ ਤੋਂ ਬਾਅਦ ਨਿਕਲਣਗੀਆਂ। ਇਹ ਇੱਕ ਪੈਨਸ਼ਨ ਹੋਣੀ ਚਾਹੀਦੀ ਹੈ, ਪੈਨਸ਼ਨ ਕਟੌਤੀ ਲੱਗਣੀ ਚਾਹੀਦੀ ਹੈ। ਦੂਜੀ ਗੱਲ ਇਹ ਹੈ ਵੀ ਜਿਹੜੀਆਂ ਸਾਡੇ ਮੁਲਾਜ਼ਮ ਨੇ, ਦੋ ਤਰ੍ਹਾਂ ਦੇ ਮੁਲਾਜ਼ਮ ਨੇ। ਇੱਕ ਤਾਂ ਮੁਲਾਜ਼ਮ ਉਹ ਨੇ ਜਿਹੜੇ ਵਿੱਚ ਜਿਵੇਂ ਸਟਾਫ ਨਰਸਾਂ ਨੇ ਠੇਕੇ ਤੇ ਨੇ, ਆਸ਼ਾ ਵਰਕਰਾਂ ਨੇ, ਏਐਨਐਮ ਠੇਕੇ ਤੇ ਨੇ, ਮਨਰੇਗਾ ਵਾਲੇ ਨੇ, ਸੀਡੀਪੀ ਦਫ਼ਤਰ ਨੇ, ਬਿਜਲੀ ਬੋਰਡ ਦਫ਼ਤਰ ਨੇ, ਆਊਟਸੋਰਸ ਵਾਲੇ ਮੰਤਰੀ ਨੇ। ਇਹਨਾਂ ਨੂੰ ਛੱਡ ਕੇ ਬਾਕੀ ਜਿਹੜੇ ਮੁਲਾਜ਼ਮਾਂ ਨੂੰ ਆਪਾਂ ਬੇਨਤੀ ਕਰ ਸਕਦੇ ਹਾਂ ਕਿ ਸੰਕਟ ਦੇ ਘੜੀ ਲੋਕਾਂ ਨੂੰ ਉਹ ਸੁਧਾਰ ਦੇਣ। ਤੀਜੀ ਜਿਹੜੀ ਵੱਡੀ ਗੱਲ ਸਮਝਣ ਵਾਲੀ ਇਹ ਹੈ ਵੀ ਜੇ ਸਾਡੇ ਮੁਲਾਜ਼ਮਾਂ ਨੂੰ, ਸਾਡੇ ਲੋਕਾਂ ਨੂੰ ਇਹ ਵਿਸ਼ਵਾਸ ਹੋਊਗਾ ਸਰਕਾਰ ਤੇ ਕਿ ਸਾਡਾ ਲੱਗਿਆ ਹੋਇਆ ਪੈਸਾ ਠੀਕ ਢੰਗ ਨਾਲ ਲੱਗੂਗਾ, ਤਾਂ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਕਹੀ ਜੀ ਕੋਈ ਗੱਲ ਨਹੀਂ ਕਿ ਉਹ ਲੋਕ ਨਾ ਪੈਸੇ ਦੇਣ। ਜਿਵੇਂ ਮੈਂ ਤੁਹਾਨੂੰ ਉਦਾਹਰਨ ਦਿੰਦਾ ਮੈਂ ਤੁਹਾਨੂੰ ਕਿ ਅੱਜ ਕੈਪਟਨ ਸਾਹਿਬ ਨੇ ਕਿਹਾ ਕਿ ਮੈਂ 10 ਲੱਖ ਪੈਕਟ ਦੇਊਂਗਾ ਅਨਾਜ ਦੇ, ਪਰੰਤੂ ਪਿੰਡਾਂ ਦੇ ਵਿੱਚ ਗਰਾਊਂਡ ਰਿਐਲਿਟੀ ਇਹ ਅਸੀਂ ਪਿੰਡਾਂ 'ਚ ਬੈਠੇ ਆ, ਵਿੜਿਆਂ 'ਚ ਬੈਠੇ ਆ ਕਿ ਇੱਕ ਪਿੰਡ ਦੇ ਵਿੱਚ ਕਦੇ ਵੀ 12 13 14 15 ਪੈਕਟ ਦਿੱਤੇ ਜਾ ਰਹੇ ਨੇ। ਅੱਜ 27 ਦਿਨ ਹੋ ਗਏ ਲਾਕਡਾਊਨ ਹੋਏ, 27 ਦਿਨ ਲੋਕਾਂ ਦਾ ਬੁਰਾ ਹਾਲ ਹੈ। ਬੱਚਿਆਂ ਨੂੰ 3 ਦਿਨ ਹੋ ਗਏ ਚਾਹ ਨਹੀਂ ਮਿਲੀ। ਜੇਕਰ ਸਾਡਾ ਪੈਸਾ ਲੱਗ ਹੀ ਨਹੀਂ ਰਿਹਾ, ਮੁਲਾਜ਼ਮ ਇਹ ਸੋਚ ਰਹੇ ਨੇ ਕਿ ਉਹ ਕਿਉਂ ਦੇਣਗੇ ਬਈ। ਲੋਕਾਂ ਨੂੰ ਵਿਸ਼ਵਾਸ ਦਿਵਾਓ ਕਿ ਤੁਹਾਡਾ ਲੱਗਿਆ ਹੋਇਆ ਪੈਸਾ ਆਊਗਾ। 886 ਕਰੋੜ ਰੁਪਇਆ ਕੇਂਦਰ ਸਰਕਾਰ ਦੇ ਚੁੱਕੀ ਹੈ ਪੰਜਾਬ ਨੂੰ। ਕਿੰਨਾ ਕੁ ਪੈਸਾ ਲੱਗਿਆ? ਜੇ 10 ਲੱਖ ਤੁਸੀਂ ਪੈਕਟ ਬਣਾਓਗੇ ਤਾਂ ਤੁਹਾਡੇ 10 ਲੱਖ ਪੈਕਟਾਂ ਉੱਤੇ 20 ਰੁਪਏ ਪ੍ਰਤੀ ਪੈਕਟ ਦੇ ਹਿਸਾਬ ਨਾਲ ਇਹਨਾਂ ਨੇ ਆਪਣੀ ਫੋਟੋ ਛਪਾਈ ਹੈ, ਜਦੋਂ ਕਿ ਇਹਦਾ 2 ਕਰੋੜ ਰੁਪਇਆ ਲੱਗ ਗਿਆ। 40,000 ਪਰਿਵਾਰਾਂ ਦੀ ਤੁਸੀਂ ਜਿਹੜਾ ਰਾਸ਼ਨ ਪੈਕਟ ਹੈ, ਜੇ ਇੱਕ ਪੈਕਟ ਤੇ 500 ਰੁਪਇਆ ਲਾਈਏ ਤਾਂ 40,000 ਪੈਕਟਾਂ ਦਾ ਤੁਸੀਂ ਇਕੱਲਾ ਛਪਾਈ ਤੇ ਲਾਤਾ। ਇਸ ਤੋਂ ਬਾਅਦ ਤੁਸੀਂ ਕਹਿੰਦਾ ਵੀ ਪੇਂਡੂ ਵਿਕਾਸ ਮੰਤਰੀ ਨੇ ਕਿਹਾ ਵੀ ਸਾਨੂੰ ਆ ਵੰਡੋ, ਕਾਗਜ਼ ਵੰਡੋ, 1000 ਰੁਪਇਆ ਪ੍ਰਤੀ ਕਾਗਜ਼ ਤੇ ਲਾਵੇ, ਪੰਚਾਇਤ ਲਾਵੇ। ਉਹ ਪੈਸਾ ਬੇਫਾਇਆ ਜਾ ਰਿਹਾ ਹੈ। ਅੱਜ ਆੜਤੀਆਂ ਦੇ ਮਤਲਬ ਜਿਹੜੇ ਉਹ ਨੇ ਦੁਕਾਨਾਂ ਨੇ, ਉਹਨਾਂ ਮੂਹਰੇ ਡੱਬੇ ਬਣਾਏ ਜਾ ਰਹੇ, ਕਰੋੜਾਂ ਰੁਪਏ ਦਾ ਪੈਕਟ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ। ਸੋ ਜਿਹੜੇ ਨਜਾਇਜ਼ ਖਰਚੇ ਨੇ ਨਾ, ਇਹਨੂੰ ਨਾ ਲਾਓ। ਨਜਾਇਜ਼ ਖਰਚੇ ਬਚਾਓ। ਜੋ ਖਰਚਾ ਸਹੀ ਹੈ ਉਹ ਲੋਕਾਂ ਨਾਲ ਲੱਗੂ, ਤਾਂ ਲੋਕਾਂ ਨੂੰ ਜਦੋਂ ਲੋਕਾਂ ਨੂੰ ਵਿਸ਼ਵਾਸ ਆ ਗਿਆ, ਫਿਰ ਪੈਸੇ ਕਰ ਮੈਂ ਹੁਣ ਜੀ ਬਿਲਕੁਲ ਠੀਕ ਹੈ, ਵਿਸ਼ਵਾਸ ਦੀ ਗੱਲ ਹੈ, ਤੁਹਾਡੀ ਗੱਲ ਆ ਗਈ ਹੈ। ਮਾਨਸਾਹੀਆ ਸਾਹਿਬ, ਤੁਸੀਂ ਅੱਜ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹੋ, ਸਾਰੀਆਂ ਗੱਲਾਂ ਤੁਸੀਂ ਸੁਣੀਆਂ ਨੇ। ਅਸੀਂ ਅਖੀਰ 'ਚ ਟਿੱਪਣੀ ਲੈਣੀ ਹੈ ਪ੍ਰੈਸ ਸਾਹਿਬ ਤੋਂ, ਲੇਕਿਨ ਉਸ ਤੋਂ ਪਹਿਲਾਂ ਤੁਸੀਂ ਕੀ ਕਹੋਗੇ ਨਾਜ਼ਰ ਸਿੰਘ ਮਾਨਸਾਹੀਆ ਸਾਹਿਬ ਦੇ? ਕੀ ਲੋਕਾਂ ਨੂੰ ਵਿਸ਼ਵਾਸ ਘੱਟ ਹੈ? ਕੀ ਜਿਹੜਾ ਇਸ ਕਿਸਮ ਦੇ ਜਿਹੜੇ ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਸੀ ਉਹਦੇ 'ਚ, ਜਿਵੇਂ ਢੀਂਡਸਾ ਸਾਹਿਬ ਨੇ ਕਿਹਾ, ਈਵਨ ਪ੍ਰੋਫੈਸਰ ਅਵਿਨਾਸ਼ ਹੋਰਾਂ ਨੇ ਕਿਹਾ ਕਿ ਲੀਗਲੀ ਇਹ ਨਹੀਂ ਕੀਤਾ ਜਾ ਸਕਦਾ, ਤੁਹਾਡੀ ਕੀ ਟਿੱਪਣੀ ਹੈ ਸਾਰੀਆਂ ਗੱਲਾਂ ਤੇ? ਮੈਂ ਜਿਹੜੇ ਪੈਨਲਿਸਟ ਸਾਡੇ ਬੈਠੇ ਨੇ ਉਹਨਾਂ ਦੀਆਂ ਗੱਲਾਂ ਨਾਲ ਕੁਛ ਹੱਦ ਤੱਕ ਸਹਿਮਤ ਹਾਂ, ਪਰ ਕਈ ਵਾਰੀ ਸਰਕਾਰ ਕੋਲੇ ਸਪੈਸ਼ਲ ਪਾਵਰਸ ਹੁੰਦੀਆਂ ਜਿਹਦੇ ਅੰਡਰ ਜਾਣੀ ਉਹ ਤਨਖਾਹ ਫਾਰ ਦੀ ਟਾਈਮਿੰਗ ਵਧਾ ਵੀ ਸਕਦੀ ਹੈ, ਘਟਾ ਵੀ ਸਕਦੀ ਹੈ। ਐਮਰਜੈਂਸੀ ਹਾਲਾਤਾਂ ਦੇ ਵਿੱਚ ਉਹ ਸਰਕਾਰ ਲੀਗਲ ਐਡਵਾਈਸ ਲੈ ਕੇ ਦੇਖ ਲੇਗੀ, ਕੋਈ ਐਸੀ ਗੱਲ ਨਹੀਂ ਹੈ। ਜਿੱਥੋਂ ਤੱਕ ਸਾਡੀਆਂ ਪੈਨਸ਼ਨਾਂ ਦੀ ਗੱਲ ਹੈ, ਮੈਂ ਉਹ ਬੁੱਧਰਾਮ ਜੀ ਨਾਲ ਸਹਿਮਤ ਹਾਂ ਵੀ ਉਹ ਜਿਹੜੀਆਂ ਪੈਨਸ਼ਨਾਂ, ਇਹ ਨਹੀਂ ਹੁੰਦਾ ਵੀ ਜਿੰਨੇ ਵਾਰੀ ਐਮਐਲਏ ਬਣ ਗਿਆ ਜਾਂ ਜਿੰਨਾ ਚਿਰ ਸਿਟਿੰਗ ਹੈ ਉਦੋਂ ਤੱਕ ਤਾਂ ਪੈਨਸ਼ਨ ਮਿਲਦੀ ਹੋਈ ਨਹੀਂ। ਜਦੋਂ ਉਹ ਲੈ ਜਾਂਦਾ ਐਮਐਲਏਸ਼ਿਪ ਤੋਂ ਤਾਂ ਉਹਨਾਂ ਨੂੰ ਮਤਲਬ ਕਿ ਇੱਕ ਪੈਨਸ਼ਨ ਜਿਹੜੀ ਮਿਲਦੀ ਹੈ ਉਹਦੇ ਵਿੱਚ ਫਿਰ ਪਰਸੈਂਟੇਜ ਐਡੀਸ਼ਨ ਹੁੰਦੀ ਹੈ। ਉਹ ਵਿਧਾਨ ਸਭਾ ਦੇ ਰੂਲਸ ਦੇਖ ਲਓ ਬੇਸ਼ੱਕ, ਤਾਂ ਕਿ ਜਿਹੜੀ ਸਾਰਿਆਂ ਨੂੰ ਕਲੈਰਿਟੀ ਹੋਣੀ ਚਾਹੀਦੀ ਹੈ ਵੀ ਕੋਈ ਇਹ ਨਹੀਂ ਹੈ ਵੀ ਜਿੰਨੇ ਵਾਰੀ ਐਮਐਲਏ ਰਿਹਾ ਉਨੇ ਵਾਰੀ ਉਨੀ ਹੀ ਪੈਨਸ਼ਨ ਮਲਟੀਪਲਾਈ ਕਰਕੇ ਮਿਲਣੀ ਹੈ। ਦੂਜੀ ਰਹੀ ਗੱਲ ਸਾਡੀਆਂ ਤਨਖਾਹਾਂ ਚੋਂ ਕਟੌਤੀ ਦੀ, ਪਿਛਲੇ ਵਾਰੀ ਵੀ ਕਾਫੀ ਸਾਡੇ ਐਮਐਲਏ ਸਾਹਿਬਾਨ ਨੇ ਰਿਸਪੈਕਟ ਆਫ ਪਾਰਟੀ ਸਾਰਿਆਂ ਨੇ ਜਿਹੜੀ ਕਿਹਾ, ਜਿਸ ਤਰ੍ਹਾਂ ਢੀਂਡਸਾ ਸਾਹਿਬ ਨੇ ਕਿਹਾ ਵੀ ਤਨਖਾਹ ਪਲੱਸ ਭੱਤੇ, ਪਰ ਬਹੁਤੀ ਵਾਰੀ ਅਸੀਂ ਜਦੋਂ ਗੱਲ ਕਰਦੇ ਹਾਂ ਵੀ ਸਾਰੀ ਤਨਖਾਹ ਅਸੀਂ ਕਟਾਵਾਂਗੇ ਜਾਂ 30% ਕਟਾਵਾਂਗੇ, ਉਹਦੇ ਵਿੱਚ ਇਹ ਇੰਡਾਇਰੈਕਟਲੀ ਸਾਰੀ ਗੱਲ ਹੋ ਜਾਂਦੀ ਹੈ।
ਵੀ ਤਨਖਾਹ ਪਲੱਸ ਭੱਤੇ, ਉਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਲਾਈ ਹੁੰਦੀ ਵੀ ਅਸੀਂ ਇਕੱਲੀ ਤਨਖਾਹ ਘਟਾਵਾਂਗੇ, ਭੱਤੇ ਅਸੀਂ ਰੱਖਾਂਗੇ। ਜਦੋਂ ਆਪਾਂ ਤਨਖਾਹ ਕਹਿ ਦਿੰਦੇ ਹਾਂ ਸਾਰੇ ਘਟਾਉਣੇ ਆ। ਦੂਜਾ ਇਹ ਹੈ ਵੀ ਸਾਨੂੰ ਜਿਹੜੀ ਮਤਲਬ ਕਿ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਅਪਰੂਵਲ ਹੋਏਗੀ, ਪਹਿਲਾਂ ਆਰਡੀਨੈਂਸ ਇਹ ਸਰਕਾਰ ਕਰਨਾ ਚਾਹੁੰਦੀ ਹੈ, ਜਿੰਨੀਆਂ ਤਨਖਾਹ ਕੱਟਣੀ ਚਾਹੁੰਦੀ ਹੈ, ਜੇ 30% ਹੋਵੇ, 40% ਹੋਵੇ, 50% ਹੋਵੇ। ਮੈਂ ਜਾਤੀ ਤੌਰ ਤੇ ਵੀ ਪਾਰਟੀ ਤੌਰ ਤੇ ਇਸ ਹੱਕ 'ਚ ਹਾਂ ਵੀ ਲੋਕਾਂ ਨੂੰ ਰਾਹਤ ਦੇਣ ਵਾਸਤੇ ਇਹ ਤਨਖਾਹ ਕੱਟ ਲੈਣੀ ਚਾਹੀਦੀ ਹੈ। ਦੂਜਾ, ਜਿੱਥੇ ਤੱਕ ਬੁੱਧਰਾਮ ਜੀ ਨੇ ਪੈਕਟਾਂ ਤੇ ਫੋਟੋ ਛਪਾਉਣ ਦੀ ਗੱਲ ਕੀਤੀ ਹੈ, ਉਹ ਬੁੱਧਰਾਮ ਜੀ ਸਾਰੀਆਂ ਸਰਕਾਰਾਂ ਹੀ ਇਸ ਤਰੀਕੇ ਨਾਲ ਕਰਦੀਆਂ। ਪਹਿਲਾਂ ਵੀ ਆਪਾਂ ਦੇਖਿਆ, ਜਿਸ ਤਰ੍ਹਾਂ ਸਾਈਕਲ ਵੰਡੇ ਸੀ ਬਾਦਲ ਸਾਹਿਬ ਨੇ, ਉਹਦੇ ਉੱਤੇ ਫੋਟੋ ਲੱਗੀ ਸੀ। ਜਿਹੜੀਆਂ ਐਂਬੂਲੈਂਸ ਸੀ ਉਹਦੇ ਉੱਤੇ ਬਾਦਲ ਸਾਹਿਬ ਦੀ ਫੋਟੋ ਲੱਗੀ ਸੀ। ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ, ਤੁਸੀਂ ਦਿੱਲੀ ਦੇ ਵਿੱਚ ਜਾ ਕੇ ਵੀ ਦੇਖੋ ਜੋ ਅਚੀਵਮੈਂਟਸ ਕੀਤੀਆਂ ਨੇ। ਕੇਜਰੀਵਾਲ ਜੀ ਨੇ ਆਪਦੀ ਫਲੈਕਸਾਂ ਤੇ ਫੋਟੋ ਲਾ ਕੇ ਪੂਰਾ ਪ੍ਰਚਾਰ ਕੀਤਾ। ਤੁਹਾਡੇ ਬਜਟ ਦੇ ਵਿੱਚ ਉੱਥੇ ਦਿੱਲੀ ਦੇ ਵਿੱਚ 500 ਕਰੋੜ ਰੁਪਇਆ ਬਲਕਿ ਕਹਿ ਕੇ ਐਡਵਰਟਾਈਜ਼ਮੈਂਟ ਵਾਸਤੇ ਹੀ ਰੱਖਿਆ ਗਿਆ ਸੀ। ਇਹ ਕੋਈ ਅਤਕਥਨੀ ਨਹੀਂ ਹੈ, ਸਾਰੀਆਂ ਸਰਕਾਰਾਂ ਐਡਸ ਦਿੰਦੀਆਂ ਨੇ, ਸਾਰੇ ਅਖਬਾਰਾਂ ਨੂੰ ਵੀ ਦਿੰਦੀਆਂ, ਇਹ ਪਾਲਿਸੀ ਵੀ ਹੁੰਦੀ ਹੈ, ਅਖਬਾਰ ਵੀ ਚਲਾਉਣੇ ਹੁੰਦੇ, ਸਾਰਾ ਕੁਝ ਕਰਨਾ ਹੁੰਦਾ ਹੈ। ਤੇ ਨਾਲ ਜਦੋਂ ਪੁਰਾਣੀ ਅਕਾਲੀ ਸਰਕਾਰ ਸੀ, ਤੁਸੀਂ ਦੇਖਿਆ ਹੋਣਾ, ਇਵਨ ਟੈਂਕੇ ਦੇ ਉੱਤੇ ਵੀ ਇਹ ਚੀਜ਼ ਲਿਖੀ ਦੇਖੀ ਹੋਣੀ ਹੈ, ਰਾਜ ਨਹੀਂ ਸੇਵਾ। ਉਹ ਪੇਂਟ ਕਰਨ ਤੇ ਉਦੋਂ ਬਾਅਦ ਉਹਨੂੰ ਮਟਾਉਣ ਤੇ ਵੀ ਖਰਚਾ ਆਇਆ ਹੋਣਾ। ਮਾਨਸਾਹੀਆ ਸਾਹਿਬ, ਜਿਹੜੇ ਕਿ ਸਰਕਾਰਾਂ ਦੇ ਵਿੱਚ ਜਿਹੜੇ ਐਡਜਸਟ ਹੋ ਜਾਂਦੀ ਗੱਲ ਹੈ। ਜਿੱਥੋਂ ਤੱਕ ਮੰਡੀਆਂ ਦੇ ਵਿੱਚ ਅੱਗੇ ਸਾਰੇ ਡੱਬਲ ਕੀਤੇ ਜਾਣ, ਕੋਈ ਹੋ ਰਿਹਾ। ਮਾਨਸਾਹੀਆ ਸਾਹਿਬ, ਉਸ ਵੇਲੇ ਸੰਕਟ ਵਾਸ਼ ਨਹੀਂ ਬੇਸਿਨ ਸੀ, ਹੁਣ ਲਗਾਏ ਨੇ, ਸੰਕਟ ਦਾ ਮਸਲਾ ਹੈ। ਠੀਕ ਹੈ। ਤੇ ਸੰਕਟ ਦੇ ਦਿਨਾਂ 'ਚ ਗੱਲ ਜੇ ਨਾ ਹੁੰਦੀ ਤਾਂ ਚੰਗੀ ਗੱਲ ਸੀ। ਐਨੀਵੇ ਚੰਗੀ ਗੱਲ ਹੈ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਬਟ ਐਟ ਦੀ ਸੇਮ ਜਿੱਥੇ ਤੱਕ 10 ਲੱਖ ਪੈਕਟਾਂ ਦੀ ਗੱਲ ਕੀਤੀ ਗਈ ਹੈ, ਉਹ ਪ੍ਰੋਸੈਸ ਚੱਲ ਰਿਹਾ ਹੈ। ਪੈਕਟ ਪਹੁੰਚ ਵੀ ਚੁੱਕੇ ਨੇ ਤੇ ਹੋਰ ਵੀ ਪਹੁੰਚ ਰਹੇ ਨੇ, ਕਿਉਂਕਿ ਪਹਿਲਾਂ ਜਿਹੜੇ ਡਿਸਕਨੈਕਸ਼ਨ ਹੋਈ ਹੈ, ਆਵਾਜ਼ ਨਹੀਂ ਹੈ, ਕਿਉਂ ਨਹੀਂ ਜੀ? ਤੁਸੀਂ ਜਾ ਕੇ ਦੇਖੋ ਪਿੰਡਾਂ ਦੇ ਵਿੱਚ ਪੈਕਟ, ਪਹਿਲਾਂ ਬੁੱਧਰਾਮ ਜੀ ਨੇ ਮੰਨਿਆ ਵੀ ਠੀਕ ਹੈ, ਉਹਨਾਂ ਨੇ ਕਿਹਾ ਵੀ ਘੱਟ ਪਹੁੰਚੇ ਨੇ, ਪਰ ਉੱਥੇ ਪਹੁੰਚ ਰਹੇ ਨੇ। ਕੋਈ ਐਸੀ ਗੱਲ ਨਹੀਂ ਹੈ। ਆਟਾ ਦਾਲ ਸਕੀਮ ਦੇ ਵਿੱਚ ਵੀ ਹੁਣ ਕਰਤਾ ਵੀ ਹੁਣ ਫ੍ਰੀ ਆਫ ਕਾਸਟ ਦੇਣੀ ਹੈ ਆਉਣ ਵਾਲੀ, ਤੇ ਜਿਹੜੇ ਪੈਕਟ ਨੇ ਉਹ ਵੀ ਪਹੁੰਚੇ ਨੇ। 10-10 ਕਿਲੋ ਆਟਾ, 2 ਕਿਲੋ ਦਾਲ, 2-2 ਕਿਲੋ ਚੀਨੀ ਉਹਨਾਂ ਲੋਕਾਂ ਨੂੰ ਪਹੁੰਚੇ ਨੇ, ਬਲਕਿ ਜਿਹੜੇ ਗਰੀਬ ਹੈਗੇ ਆ ਪਰ ਉਹ ਕਿਸੇ ਕਾਰਨ ਕਰਕੇ ਆਟਾ ਦਾਲ ਸਕੀਮ ਵਾਲੇ ਸਮਾਰਟ ਕਾਰਡਾਂ ਵਿੱਚ ਕਵਰ ਨਹੀਂ ਹੋ ਸਕੇ, ਉਹਨਾਂ ਨੂੰ ਵੀ ਜਿਹੜਾ ਹੈਗਾ ਪੈਕਟ ਪਹੁੰਚ ਰਹੇ ਨੇ। ਮਾਨਸਾਹੀਆ ਸਾਹਿਬ, ਹੁਣ ਸਮਾਂ ਤੇਜ਼ੀ ਨਾਲ ਵੱਧ ਰਿਹਾ। ਪ੍ਰੋਫੈਸਰ ਵਿਨਾਸ਼ ਸਿੰਘ, ਤੁਸੀਂ ਕਿਸ ਕਰੀਏ, ਸਾਰੇ ਪੈਨਲਿਸਟਾਂ ਨੇ ਜੋ ਗੱਲ ਕੀਤੀ ਹੈ, ਤਾਂ ਤੁਸੀਂ ਕਿਵੇਂ ਸਮ ਅਪ ਕਰਦੇ ਹੋ ਸਾਰੀ ਗੱਲ ਨੂੰ? ਮੈਂ ਸਭ ਤੋਂ ਪਹਿਲਾਂ 2 ਗੱਲਾਂ ਕਹਿਣੀ ਚਾਹਨਾ, ਉਸ ਤੋਂ ਬਾਅਦ 3-4 ਪੁਆਇੰਟ ਹੋਰ ਨੇ। ਇੱਕ, ਮੈਂ ਸਾਰਿਆਂ ਨੂੰ ਮੁਬਾਰਕ ਦੇਣਾ ਚਾਹੁੰਦਾ ਕਿ ਅਸੀਂ ਚਾਹੁੰਦੇ ਜਾਂ ਨਾ ਚਾਹੁੰਦੇ ਅੱਜ ਥੋੜਾ ਜਿਹਾ ਪਾਰਟੀਜ਼ ਤੋਂ ਉੱਪਰ ਉੱਠ ਕੇ ਗੱਲ ਕਰ ਰਹੇ ਹਾਂ, ਕਿਉਂਕਿ ਜਿਹੜੀ ਤਰਾਸਦੀ ਹੈ ਉਹ ਬਹੁਤ ਵੱਡੀ ਹੈ ਔਰ ਵਰਲਡ ਓਵਰ। ਦੂਸਰੀ ਗੱਲ ਇਹ ਹੈ ਵੀ ਚੈਰਿਟੀ ਬਿਗਿਨਸ ਐਟ ਹੋਮ। ਸਭ ਤੋਂ ਪਹਿਲਾਂ ਸਾਰਿਆਂ ਨੂੰ ਇੱਕੋ ਹੀ ਜਿਹੜੀ ਰਿਕੁਐਸਟ ਹੈ ਉਹ ਇਹ ਹੈ ਕਿ ਸਭ ਤੋਂ ਪਹਿਲਾ ਸਟੈਪ ਪੋਲੀਟੀਸ਼ੀਅਨਸ ਲੈਣ, ਆਪਣੇ ਵੱਲੋਂ ਜਿੱਥੇ ਕਿਤੇ ਕੰਟਰੀਬਿਊਟ ਕਰ ਸਕਦੇ ਹੈ, ਸਰਕਾਰ ਜਿੱਥੇ ਜਿੱਥੇ ਬਚਾ ਸਕਦੀ ਹੈ। ਜਿਹੜਾ ਮੈਂ ਤੁਹਾਨੂੰ ਕਹਾਂ, ਰੋਜ਼ ਡਿਸਕਸ਼ਨਸ ਹੁੰਦੀਆਂ ਜੀ ਕਿ ਪੰਜਾਬ ਦਾ ਬਿਜਲੀ ਦਾ ਰੇਟ ਸਿਰਫ ਇੱਕ ਸਟੇਟ ਨੂੰ ਛੱਡ ਕੇ ਸਭ ਤੋਂ ਜ਼ਿਆਦਾ ਹੈ। ਅਸੀਂ ਬਿਜਲੀ ਦੇ ਪੱਖੋਂ ਬਹੁਤ ਕੁਝ, ਕਿਉਂਕਿ ਟੋਟਲ ਪ੍ਰਾਈਵੇਟਾਈਜੇਸ਼ਨ ਹੈ, ਸਾਡੇ ਕੋਲ ਆਪਣੇ ਜਿਹੜੇ ਆਪਣੇ ਸਾਡੇ ਕੋਲ ਪਲਾਂਟ ਸੀਗੇ, ਬਠਿੰਡਾ ਵਾਲਾ ਜਾਂ ਥਰਮਲ ਪਲਾਂਟ ਰੋਪੜ ਵਾਲਾ, ਔਰ ਤੀਸਰਾ ਥਰਮਲ ਪਲਾਂਟ, ਅਸੀਂ ਉਹਨਾਂ ਦੀ ਵਰਤੋਂ ਨਾ ਕਰਕੇ ਬਿਲਕੁਲ ਪ੍ਰਾਈਵੇਟ, ਕਿਉਂਕਿ ਪਿਛਲੀ ਸਰਕਾਰ ਨੇ ਕੀਤਾ ਸੀ, ਲੇਕਿਨ ਕਰੰਟ ਸਰਕਾਰ ਉਸੇ ਦੇ ਨਾਲ ਚੱਲੀ ਹੋਈ ਹੈ, ਉੱਥੋਂ ਕੁਝ ਬੱਚਤ ਹੋ ਸਕਦੀ ਹੈ। ਫਿਰ ਕਿਸੇ ਮਿੱਤਰ ਨੇ ਇਹ ਕਿਹਾ ਕਿ ਕੋਈ ਤਲਾਬ ਭਰਦਾ, ਜੇ ਅਸੀਂ ਲੋਕਾਂ ਨੂੰ ਜਿਹੜੇ ਦੇ ਸਕਦੇ ਨੇ, ਗਰੀਬ ਨਾਲ ਮਾਰ ਨਾ ਕਰੀਏ। ਬਹੁਤ ਸਾਰੇ ਲੋਕਾਂ ਨੇ ਇਹਨਾਂ ਦਿਨਾਂ 'ਚ ਬਹੁਤ ਕੁਝ ਸਹਿਆ ਹੋਏਗਾ, ਉਹਨਾਂ ਨੂੰ ਇਸ ਵੇਲੇ ਸਭ ਤੋਂ ਪਹਿਲੀ ਜ਼ਰੂਰਤ ਪੰਜਾਬ ਦੇ ਵਿੱਚ ਹੈ ਕਿਸਾਨਾਂ ਦਾ ਜਿਹੜਾ ਘਰ ਦੇ ਵਿੱਚ ਪਿਆ ਆਪਣਾ ਜਿਹੜੀ ਕਣਕ ਹੈ ਉਹਨੂੰ ਚੁੱਕਣ ਦਾ। ਅਸੀਂ ਰੋਜ਼ ਬਹੁਤ ਸਾਰੇ ਕਲੇਮਸ ਨੇ ਕਿ 15 ਤਰੀਕ ਤੋਂ ਸ਼ੁਰੂ ਹੋ ਗਈ। ਫੈਕਟ ਇਹ ਹੈ ਕਿ ਪਹਿਲੇ ਦਿਨ 18,500 ਟਨ ਜਿਹੜਾ ਮਾਲ ਪਿਛਲੇ ਸਾਲ ਪਹਿਲੇ ਦਿਨ ਆਇਆ ਸੀ, ਇਸ ਵਾਰੀ ਆਇਆ 4,000 ਟਨ ਚੋਂ ਵੀ 3 ਡਿਸਟ੍ਰਿਕਟ 4 ਡਿਸਟ੍ਰਿਕਟ ਮਾਝੇ ਵਾਲੇ ਬਿਲਕੁਲ ਵਾਂਝੇ ਸਨ। ਅੱਜ ਵੀ ਜੇ ਅਸੀਂ ਕਹੀਏ ਕਿ ਬਹੁਤ ਥੋੜੀ
ਜਿਹੜੀ ਹੈ ਅਸੀਂ ਕਣਕ ਚੁੱਕੀ ਜਾ ਸਕਦੇ ਹਾਂ। ਟਾਈਮ ਇਹ ਹੈ ਕਿਸਾਨਾਂ ਦੀ ਮਦਦ ਕਰ ਲਈਏ, ਉਹਨਾਂ ਦਾ ਜਿਹੜਾ ਸਮਾਨ ਪੈਲੀਆਂ 'ਚ ਪਿਆ, ਔਰ ਜਿਹੜਾ ਸਮਾਨ ਉਹਨੂੰ ਕਹਿੰਦੇ ਵੀ ਇੱਕ ਪਾਸ ਇੱਕ ਦਿਨ 'ਚ, ਮਤਲਬ ਮੈਂ 20 ਕਿੱਲੇ ਜੇ ਕੱਟ ਲਏ ਤਾਂ ਇੱਕ ਟਰਾਲੀ ਮੇਰੀ ਉੱਥੇ ਜਾ ਸਕਦੀ ਹੈ। ਇਹ ਇੱਕ ਛੋਟਾ ਜਿਹਾ ਪੁਆਇੰਟ ਸੀ। ਬਾਕੀ ਪੋਲੀਟੀਕਲ ਜਿਹੜੇ ਪੱਤਿਆਂ ਦੀ ਗੱਲ ਹੈ, ਸਭ ਤੋਂ ਪਹਿਲਾਂ ਪੈਨਸ਼ਨ ਜਿਹੜੀ ਹੈ, ਇੱਕ ਵਾਰੀ MLA ਬਣ ਗਿਆ ਸਾਰੀ ਜ਼ਿੰਦਗੀ ਮਿਲੇਗੀ, ਉਹ ਚੱਲੀ ਜਾਂਦਾ ਹੈ, ਠੀਕ ਹੈ। ਜਿੰਨੇ ਪੁਰਾਣੇ ਹੁੰਦੇ ਆ ਕੁਛ ਨਾ ਕੁਛ ਐਡ ਹੁੰਦਾ ਰਹਿੰਦਾ ਹੈ। ਮੈਂ ਬਹੁਤ ਕਲੀਅਰ ਹਾਂ, ਐਡ ਹੁੰਦਾ ਜੀ, ਲੇਕਿਨ ਉਹ ਇੱਕ ਤਰ੍ਹਾਂ ਦੀ ਪੈਨਸ਼ਨ ਨਹੀਂ ਹੁੰਦੀ। ਲੇਕਿਨ ਇੱਕ ਵਾਰੀ ਜੇ ਮੈਂ MLA ਬਣ ਗਿਆ, ਮੈਨੂੰ ਸਾਰੀ ਜ਼ਿੰਦਗੀ ਮਿਲੇਗੀ। ਇਸ ਵੇਲੇ ਪੱਤਿਆਂ ਦੇ ਤੇ ਹੋਰ ਚੀਜ਼ਾਂ ਦੇ ਵਿੱਚ ਅਸੀਂ ਕਟੌਤੀ ਕਰ ਸਕਦੇ ਹਾਂ ਜੀ। ਪ੍ਰੋਫੈਸਰ ਅਵਨਾਸ਼ ਸਿੰਘ ਜੀ ਤੁਸੀਂ ਬਿਲਕੁਲ ਸਹੀ ਸਮ ਅਪ ਕਰ ਰਹੇ ਹੋ, ਪਰ ਤੁਹਾਨੂੰ ਪਤਾ ਹੈ ਕਿ ਸਮੇਂ ਦੀ ਸਾਡੀ ਸੀਮਾ ਹੁੰਦੀ ਹੈ ਇਸ ਪ੍ਰੋਗਰਾਮ ਦੇ ਵਿੱਚ। ਲਗਭਗ 1 ਘੰਟਾ ਹੋ ਗਿਆ ਸਾਨੂੰ ਇਹ ਸੰਵਾਦ ਕਰਦਿਆਂ ਨੂੰ। ਪਿਆਰੇ ਦਰਸ਼ਕੋ, ਤੁਸੀਂ ਦੇਖਿਆ ਹੋਊਗਾ ਸਾਡੇ ਸਾਰੇ ਜਿਹੜੇ ਪੈਨਲਿਸਟ ਨੇ ਉਹਨਾਂ ਨੇ ਆਪਣੇ ਆਪਣੇ ਪੱਧਰ ਤੇ ਜਿਹੜੀ ਗੱਲ ਕੀਤੀ ਹੈ, ਤੇ ਤੁਸੀਂ ਹੁਣ ਨਿਰਣਾ ਕਰਨਾ ਕੌਣ, ਜਿਵੇਂ ਬਰਾੜ ਸਾਹਿਬ ਦਾ ਇੱਕ ਆਪਣਾ ਵੱਖਰਾ ਵਿਊ ਪੁਆਇੰਟ ਹੈ, ਉਹਨਾਂ ਦੀ ਪਾਰਟੀ ਦਾ, ਉਹਨਾਂ ਦਾ ਜਾਤੀ ਪੁਆਇੰਟ ਹੈ। ਬਿਲਕੁਲ ਬੁੱਧ ਰਾਮ ਜੀ ਨੇ ਆંકੜਿਆਂ ਸਮੇਤ ਤੁਹਾਡੇ ਨਾਲ ਗੱਲ ਕੀਤੀ, ਔਰ ਮਾਨਸਾਹੀਆ ਸਾਹਿਬ ਨੇ ਜਿਹੜੀ ਗੱਲ ਕੀਤੀ ਕਿ ਉਹ ਤਾਂ ਬਿਲਕੁਲ ਹੱਕ 'ਚ ਨੇ, ਉਹ तेलंगाना ਦਾ ਮਾਡਲ ਲੈ ਕੇ ਆਉਣਾ ਚਾਹੁੰਦੇ ਨੇ। ਔਰ ਇੱਕ ਗੱਲ ਮੈਨੂੰ ਕਲੀਅਰ ਨਹੀਂ ਸੀ, ਲੇਕਿਨ ਜਿਹੜੀ ਮਾਨਸਾਹੀਆ ਸਾਹਿਬ ਨੇ ਕਿਹਾ ਕਿ ਇੱਕ ਆਰਡੀਨੈਂਸ ਜਾਰੀ ਕਰਕੇ ਕਟੌਤੀ ਕੀਤੀ ਜਾ ਸਕਦੀ ਹੈ, ਇਹ ਵੀ ਆਪਣੇ ਆਪ 'ਚ ਇੱਕ ਨਵੀਂ ਗੱਲ ਹੈ। ਹਾਲਾਂਕਿ ਢੀਂਡਸਾ ਸਾਹਿਬ ਇਸ ਗੱਲ ਦੇ ਨਾਲ ਸਹਿਮਤ ਨਹੀਂ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉੱਠ ਕੇ ਆਈਆਂ ਨੇ, ਤੇ ਸੰਵਾਦ ਦੇ ਵਿੱਚ ਇਹੀ ਗੱਲਾਂ ਹੁੰਦੀਆਂ ਨੇ। ਇਹ ਸੰਵਾਦ ਜਿਹੜਾ ਤੁਹਾਡੇ ਹੁਣ ਸੱਥਾਂ 'ਚ ਪਹੁੰਚ ਗਿਆ, ਤੁਸੀਂ ਚਰਚਾ ਕਰਨੀ ਹੈ, ਔਰ ਤੁਹਾਡੀ ਜਿਹੜੀ ਫੀਡਬੈਕ ਆਏਗੀ ਉਹ ਅਸੀਂ ਫਿਰ ਸਰਕਾਰ ਨੂੰ ਦੇਵਾਂਗੇ, ਤੇ ਆਸ ਕਰਾਂਗੇ ਕਿ ਜਿਹੜਾ ਇਹ ਸੰਕਟ ਅਸੀਂ ਜਿਹਦੇ ਨਾਲ ਜੂਝ ਰਹੇ ਹਾਂ ਉਹਦੇ ਵਿੱਚ ਅਸੀਂ ਜਿਹੜਾ ਹੈ ਫਤਿਹ ਪਾਈਏ। ਔਰ ਮੈਂ ਇਹ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਪਿਆਰੇ ਦਰਸ਼ਕੋ ਕਿ ਇਹ ਸੰਕਟ ਦੇ ਵਿੱਚ ਜਦੋਂ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਇਹ ਸੰਕਟ ਨਾਲ ਲੜਨ ਦੀ ਗੱਲ ਕਰਦੇ ਹਾਂ, ਨਿਸ਼ਚਿਤ ਤੌਰ ਤੇ ਜੇ ਅਸੀਂ ਮਾਨਸਿਕ ਤੌਰ ਤੇ ਤਿਆਰ ਹਾਂ, ਅਸੀਂ ਮਾਨਸਿਕ ਤੌਰ ਤੇ ਪੋਜ਼ਿਟਿਵ ਹਾਂ, ਤੇ ਜਿੱਤ ਜਿਹੜੀ ਹੈ ਉਹ ਹੋਣੀ ਸੁਭਾਵਿਕ ਹੈ। ਔਰ ਅਸੀਂ ਵੀ ਸਾਰੇ ਰਲ ਕੇ ਸਰਬੱਤ ਦੇ ਭਲੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ। ਔਰ ਤੁਹਾਨੂੰ ਮੈਂ ਦੱਸਾਂ ਕਿ ਇਸ ਸੰਕਟ ਦੀ ਘੜੀ ਪੰਜਾਬ, ਜਿਵੇਂ ਕਿਹਾ ਗਿਆ, ਸੱਚਮੁੱਚ ਹੀ ਜਿਸ ਤਰ੍ਹਾਂ ਪ੍ਰੋਫੈਸਰ ਅਵਿਨਾਸ਼ ਹੋਰਾਂ ਨੇ ਇੱਕ ਆਬਜ਼ਰਵੇਸ਼ਨ ਦਿੱਤੀ ਹੈ, ਇਹ ਪਾਰਟੀ ਤੋਂ ਅਬਵ ਉੱਠ ਕੇ ਸਾਰੇ ਲੜ ਰਹੇ ਨੇ। ਇਹ ਚੰਗੀ ਗੱਲ ਹੈ, ਚੰਗੀ ਸੋਚ ਹੈ। ਤੁਸੀਂ ਸਾਰੇ ਪ੍ਰਿੰਸੀਪਲ ਬੁੱਧ ਰਾਮ ਜੀ, ਸਰਦਾਰ ਪਰਮਿੰਦਰ ਸਿੰਘ ਢੀਂਡਸਾ ਸਾਹਿਬ, ਪ੍ਰੋਫੈਸਰ ਅਵਿਨਾਸ਼ ਸਿੰਘ ਜੀ, ਔਰ ਨਾਜ਼ਰ ਸਿੰਘ ਮਾਨਸਾਹੀਆ ਸਾਹਿਬ, ਚਰਨਜੀਤ ਸਿੰਘ ਬਰਾੜ ਸਾਹਿਬ, ਤੁਸੀਂ ਸਾਰੇ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ ਚਰਚਾ 'ਚ। ਤੁਹਾਡਾ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਤੁਹਾਡਾ ਵੀ ਬਹੁਤ ਧੰਨਵਾਦ। ਔਰ ਪਿਆਰੇ ਦਰਸ਼ਕੋ, ਤੁਹਾਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਆਪਾਂ ਸਵੇਰੇ ਮੁਲਾਕਾਤ ਕਰਨੀ ਹੈ 9:15 ਵਜੇ ਕੱਲ ਸਵੇਰੇ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਦੇ ਵਿੱਚ, ਤੇ ਕੱਲ ਨੂੰ ਫਿਰ ਮਿਲਾਂਗੇ ਇਸੇ ਪ੍ਰੋਗਰਾਮ ਚਰਚਾ ਦੇ ਵਿੱਚ 5:30 ਵਜੇ। ਅੱਜ ਇੰਨਾ ਹੀ, ਬਹੁਤ ਬਹੁਤ ਸ਼ੁਕਰੀਆ।